ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ। ਜਿਨ ਤੂੰ ਨਾਹੀਂ ਵਿਸਰਿਆ। ਕਿਆ ਗੁਣ ਤੇਰੇ ਸਾਰ ਸੰਭਾਲੀ। ਮੋਹਿ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰੇ ਚਤੁਰਾਈ। ਇਹ ਜੀਉ ਪਿੰਡ ਸਭ ਥਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ। ਤੇਰੇ ਦਰਸ਼ਨ ਕੋ ਹੋਂ ਵਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ। ਤੇਰੇ ਦਰਸ਼ਨ ਕੋ ਹੋਂ ਵਾਰੇ। ਤੂੰ ਚੋ ਸੱਜਣ ਮੈਂਡਿਆ। ਦੇਈ ਸਿਸ ਉਤਾਰ। ਨੈਣ ਮਹੀਂਜੇ ਤਰਸ ਦੇ। ਕਦ ਪਸੀਂ ਦੀਦਾਰ। ਨੈਣ ਮਹੀਂਜੇ ਤਰਸ ਦੇ। ਕਦ ਪਸੀਂ ਦੀਦਾਰ। ਪਰਮ ਸਨਮਾਨਯੋਗ ਜੁਗੋ ਜੁਗ ਅਟਲ। ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜ਼ੂਰ ਜ਼ਹਾਰਾ ਜ਼ਹੂਰ ਸਰਬ ਕਲਾ ਭਰਪੂਰ। ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਵਾਲੀਏ ਕੁਲ ਦੋ ਜਹਾਂ। ਲੋਕ ਪਰਲੋਕ ਹਲਤ ਪਲਤ ਦੇ ਸਹਾਏ। ਦੋ ਜਹਾਨਾਂ ਦੇ ਵਾਲੀ। ਦਸਾਂ ਹੀ ਪਾਤਸ਼ਾਹੀਆਂ ਦੀ ਆਤਮਕ ਜੋਤ। ਗੁਰਤਾ ਗੱਦੀ ਉੱਤੇ ਸੁਭਾਏਮਾਨ। ਧੰਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਬਰਾਜਮਾਨ ਗੁਰੂ ਕੇ ਮਹਾਨ ਸਤ ਸੰਗੀ ਜਨੋ ਵੱਡੇ ਭਾਗ ਨੇ ਆਪ ਜੀ ਦੇ ਕਿ ਆਪ ਜੀ ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਤਸੰਗ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਅਤੇ ਰਹਿਮਤ ਦਾ ਸਦਕਾ ਆਪ ਜੀ ਨੇ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਗੁਰੂ ਘਰ ਦੀ ਮਰਿਆਦਾ ਦੇ ਮੁਤਾਬਕ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਹੈ। ਉਪਰੰਤ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ ਵਾਲਿਆਂ ਪਾਸੋਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਅੱਜ ਦਾ ਜੋ ਵਿਚਾਰ ਅਧੀਨ ਸ਼ਬਦ ਹੈ ਗੌੜੀ ਰਾਗ ਵਿੱਚ ਉਸ ਨੂੰ ਸਰਵਣ ਕੀਤਾ ਹੈ। ਦਾਸੜੇ ਨੂੰ ਹੁਕਮ ਹੋਇਆ ਹੈ ਅੱਜ ਦੇ ਸ਼ਬਦ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰੇ।
ਆਪ ਸੰਗਤਾਂ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੀਸ ਤੇ ਮੇਹਰਾਂ ਭਰਿਆ ਹੱਥ ਰੱਖੋ, ਤਾਂ ਕਿ ਅਗਾਧ ਬੋਧ ਬਾਣੀ ਦੀ ਵਿਚਾਰ ਦਾਸੜਾ ਤੁਹਾਡੇ ਨਾਲ ਕਰ ਸਕੇ। ਜੋ ਜੋ ਮਾਈ ਭਾਈ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹਨ ਜਾਂ ਆਪਣੇ ਘਰਾਂ ਵਿੱਚ PTC ਸਿਮਰਨ ਚੈਨਲ ਦੇ ਰਾਹੀਂ ਇਸ ਵਿਚਾਰ ਨੂੰ ਸਰਵਣ ਕਰ ਰਹੇ ਨੇ, ਸਾਰੇ ਹੀ ਪਿਆਰ ਸਤਿਕਾਰ ਵਿੱਚ ਬੁਲਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਜਾਣਦੇ ਹਾਂ ਕਿ ਦੁਨੀਆ ਦਾ ਇੱਕੋ ਇੱਕ ਧਰਮ ਗ੍ਰੰਥ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਜਿਨ੍ਹਾਂ ਦੇ ਵਿੱਚ ਕਿ ਵੱਖ ਵੱਖ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਸਿੱਖ ਕੌਮ ਦਾ ਹਰ ਇੱਕ ਬੱਚਾ ਇਸ ਗੱਲ ਤੋਂ ਜਾਣੂ ਹੈ ਕਿ 10 ਗੁਰੂ ਸਾਹਿਬਾਨ ਦੇ ਵਿੱਚੋਂ 6 ਗੁਰੂ ਸਾਹਿਬਾਨ ਨੇ ਬਾਣੀ ਉਚਾਰਨ ਕੀਤੀ ਹੈ। ਪਹਿਲੇ 5 ਪਾਤਸ਼ਾਹ ਜੀ ਅਤੇ ਇੱਕ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਜਿਨ੍ਹਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। 15 ਭਗਤ ਸਾਹਿਬਾਨ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। 11 ਭੱਟ ਸਾਹਿਬਾਨ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਤੇ ਬਾਬਾ ਸੁੰਦਰ ਜੀ, ਬਾਬਾ ਬਲਵੰਡ ਜੀ ਤੇ ਬਾਬਾ ਸੱਤਾ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗੀ ਆ। ਇਹਨਾਂ 15 ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੋਈ, ਇਸ ਨੂੰ ਦਰਜ ਕਰਨ ਦਾ ਜਿਹੜਾ ਸੁਭਾਗ ਪ੍ਰਾਪਤ ਹੈ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਅਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਹੈ। ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਇਸ ਬਾਣੀ ਨੂੰ ਆਪਣੀ ਹਯਾਤੀ ਦੇ ਵਿੱਚ ਦਰਜ ਕਰਾਇਆ ਹੈ। ਭਾਵੇਂ ਕਿ ਇਤਿਹਾਸਕਾਰਾਂ ਨੇ ਇਹ ਗੱਲ ਬਹੁਤ ਵਾਰ ਲਿਖੀ ਹੈ ਕਿ ਕੁੱਲ ਦੁਨੀਆ ਦੇ ਜਿੰਨੇ ਵੀ ਧਰਮ ਗ੍ਰੰਥ ਨੇ, ਉਹਨਾਂ ਧਰਮ ਗ੍ਰੰਥਾਂ ਨੂੰ ਤੁਸੀਂ ਵੇਖੋਗੇ ਕਿ ਜਿਨ੍ਹਾਂ ਨੇ ਉਚਾਰਨ ਕੀਤਾ ਹੈ ਉਹਨਾਂ ਨੇ ਉਹਨਾਂ ਨੂੰ ਲਿਖਿਆ ਨਹੀਂ ਹੈ। 4 ਵੇਦ ਹਿੰਦੁਸਤਾਨ ਦੇ ਸਾਹਿਤ ਵਿੱਚ ਨੇ, ਪਰ ਵੇਦਾਂ ਨੂੰ ਬ੍ਰਹਮਾ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਮੰਨਿਆ ਜਾਂਦਾ ਹੈ ਤੇ ਉਹ ਲਿਖਤੀ ਰੂਪ ਦੇ ਵਿੱਚ ਬਹੁਤ ਸਮੇਂ ਬਾਅਦ ਹੋਂਦ ਵਿੱਚ ਆਏ ਨੇ। ਇਸ ਗੱਲ ਦੀ ਤਾਰੀਫ ਕਰਨੀ ਬਣਦੀ ਹੈ ਕਿ ਉਹਨਾਂ ਲੋਕਾਂ ਨੇ ਸੀਨੇ ਬਸੀਨੇ ਵੇਦਾਂ ਦੇ ਸ਼ਲੋਕਾਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਯਾਦ ਕਰਾਇਆ। ਜਵਾਨੀ ਤੇ ਜਵਾਨੀ ਯਾਦ ਕਰਾਉਣ ਤੋਂ ਬਾਅਦ ਉਹ ਇੰਨੇ ਲੰਮੇ ਸਮੇਂ ਬਾਅਦ ਫਿਰ ਹੋਂਦ ਵਿੱਚ ਆ ਸਕੇ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਗ੍ਰੰਥ ਨੇ ਜਿਨ੍ਹਾਂ ਦੇ ਉਚਾਰਨ ਕਰਤਾ ਨੇ ਉਹਨਾਂ ਨੂੰ ਨਹੀਂ ਲਿਖਿਆ, ਪਰ ਉਹਨਾਂ ਦੇ ਅਨੁਯਾਈਆਂ ਨੇ ਉਹਨਾਂ ਨੂੰ ਬਾਅਦ ਵਿੱਚ ਲਿਖਿਆ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੁੱਲ ਦੁਨੀਆ 'ਤੇ ਇੱਕੋ ਇੱਕ ਇਹੋ ਜਿਹਾ ਗ੍ਰੰਥ ਹੈ ਜਿਹਨੂੰ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਲਿਖਿਆ ਹੈ। ਦੂਜੀ ਗੱਲ, ਜਿਸ ਵੀ ਮਹਾਂਪੁਰਖ ਦੀ ਬਾਣੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਈ ਹੈ, ਚੇਤੇ ਰੱਖਣਾ, ਉਸ ਬਾਣੀ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਚੰਗੀ ਤਰ੍ਹਾਂ ਪੜ੍ਹਿਆ ਹੈ, ਵਿਚਾਰਿਆ ਹੈ, ਫਿਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ। ਇਹ ਗੱਲ ਸਾਨੂੰ ਕਿਵੇਂ ਪਤਾ ਲੱਗੀ? ਅਸੀਂ ਇੰਨੇ ਜ਼ੋਰ ਨਾਲ
ਤੇ ਮਾਣ ਨਾਲ ਕਹਿ ਰਹੇ ਹਾਂ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੇ ਕਿਸੇ ਦਾ ਇੱਕ ਸ਼ਬਦ ਵੀ ਦਰਜ ਹੋਇਆ ਜਾਂ ਇੱਕ ਪੰਕਤੀ ਵੀ ਦਰਜ ਹੋਈ ਹੈ, ਸਾਹਿਤ ਦੀ ਦੁਨੀਆ ਵਿੱਚ ਭਾਵੇਂ ਅਸੀਂ ਇੱਕ ਪੰਕਤੀ ਕਹਿੰਦੇ ਹਾਂ, ਪਰ ਸਰਦਾ ਅਤੇ ਸਤਿਕਾਰ ਨੂੰ ਮੁੱਖ ਰੱਖ ਕੇ ਅਸੀਂ ਜਿਹੜਾ ਹੈ ਉਹ ਆਖਦੇ ਹਾਂ ਵੀ ਇੱਕ ਸ਼ਬਦ ਹੈ। ਉਦਾਹਰਨ ਵਜੋਂ ਭਗਤ ਸੂਰਦਾਸ ਜੀ ਦਾ ਛਾੜ ਮਨ ਹਰ ਬਮੁਖਨ ਕੋ ਸੰਗ ਹੈ ਤਾਂ ਇਹ ਇੱਕ ਪੰਕਤੀ ਹੈ, ਪਰ ਅਸੀਂ ਸ਼ਰਧਾ ਤੇ ਸਤਿਕਾਰ ਵਜੋਂ ਇੱਕ ਸ਼ਬਦ ਕਹਿੰਦੇ ਹਾਂ। ਸੂਰਦਾਸ ਜੀ ਦਾ ਇੱਕ ਸ਼ਬਦ ਹੈ ਤੇ ਇਸ ਨੂੰ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਪੜਚੋਲ ਕੇ ਪੜ੍ਹ ਕੇ ਫਿਰ ਇਸ ਨੂੰ ਦਰਜ ਕੀਤਾ। ਉਸ ਦਾ ਕਾਰਨ ਕਿ ਇਸ ਸ਼ਬਦ ਦੇ ਨਾਲ ਹੀ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਸ਼ਬਦ ਉਚਾਰਨ ਕੀਤਾ ਇਸ ਦਾ ਖੁਲਾਸਾ ਕਰਨ ਵਾਸਤੇ। ਇਸ ਤਰ੍ਹਾਂ ਗੁਰੂ ਸਵਾਰਿਓ, ਜਦੋਂ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ ਕਰੋਗੇ ਤਾਂ ਤੁਹਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਦੇ ਅਧਿਐਨ ਕਰਨ ਦੇ ਨਾਲ ਨਾਲ ਇਹ ਸਾਰੇ ਰਹੱਸ ਦਾ ਪਤਾ ਲੱਗੇਗਾ ਕਿ ਇਹ ਭਗਤ ਬਾਣੀ ਕਿਵੇਂ ਦਰਜ ਹੋਈ ਹੈ ਤੇ ਭਗਤ ਬਾਣੀ ਦੇ ਵਿਚਕਾਰ ਸਤਿਗੁਰੂ ਪਾਤਸ਼ਾਹ ਜੀ ਨੇ ਜਿੱਥੇ ਜਿੱਥੇ ਵਿਸ਼ੇ ਨੂੰ ਖੋਲਣ ਦੀ ਲੋੜ ਪਈ ਹੈ, ਉੱਥੇ ਉੱਥੇ ਮੇਰੇ ਮਾਲਕ ਨੇ ਬਾਣੀ ਆਪਣੀ ਵੀ ਦਰਜ ਕੀਤੀ ਹੈ ਜਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੀ ਜੋ ਉਸ ਸੰਦਰਭ ਵਿੱਚ ਬਾਣੀ ਦਰਜ ਸੀ, ਉਚਾਰਨ ਕੀਤੀ ਹੋਈ ਸੀ, ਉਹਨੂੰ ਦਰਜ ਕੀਤਾ ਹੈ। ਵਿਸ਼ੇ ਨੂੰ ਖੋਲਿਆ ਹੈ ਤਾਂ ਕਿ ਕਿਸੇ ਨੂੰ ਇਹ ਭੁਲੇਖਾ ਨਾ ਲੱਗ ਸਕੇ ਕਿ ਇਹ ਵਿਸ਼ਾ ਜਿਹੜਾ ਹੈ ਇਸ ਨੂੰ ਚੰਗੀ ਤਰ੍ਹਾਂ ਖੋਲਿਆ ਨਹੀਂ ਗਿਆ ਜਾਂ ਪੜਚੋਲਿਆ ਨਹੀਂ ਗਿਆ। ਹਰ ਵਿਸ਼ੇ ਨੂੰ ਬਹੁਤ ਹੀ ਸੋਹਣੇ ਢੰਗ ਦੇ ਨਾਲ ਪਾਤਸ਼ਾਹ ਜੀ ਨੇ ਸੰਸਾਰ ਦੇ ਸਾਹਮਣੇ ਲਿਆਂਦਾ ਹੈ। ਗੁਰੂ ਸਵਾਰਿਓ, ਅੱਜ ਦਾ ਜੋ ਪਾਵਨ ਪਵਿੱਤਰ ਗੁਰਵਾਕ ਹੈ, ਸ਼ਬਦ ਹੈ, ਜਿਸ ਦਾ ਪਾਠ ਆਪ ਜੀ ਨੇ ਸਤਿਕਾਰਯੋਗ ਗਿਆਨੀ ਜੀ ਹੋਣਾ ਪਾਸੋਂ ਸਰਵਣ ਕੀਤਾ ਹੈ, ਇਸ ਸ਼ਬਦ ਦਾ ਜਿਹੜਾ ਮੁੱਖ ਹੈਡਿੰਗ ਹੈ ਉਹ ਆਮ ਲੋਕਾਂ ਵਾਸਤੇ ਤਾਂ ਹੈਰਾਨੀ ਖੜੀ ਕਰ ਸਕਦਾ ਹੈ, ਜਿਨ੍ਹਾਂ ਨੇ ਸਹਿਜ ਪਾਠ ਨਹੀਂ ਕੀਤਾ ਜਾਂ ਕਿਸੇ ਉਸਤਾਦ ਤੋਂ ਤਾਲੀਮ ਨਹੀਂ ਲਈ, ਤੇ ਜਿਨ੍ਹਾਂ ਨੇ ਕਿਸੇ ਉਸਤਾਦ ਤੋਂ ਤਾਲੀਮ ਲਈ ਹੈ, ਸਿੱਖਿਆ ਪ੍ਰਾਪਤ ਕੀਤੀ ਹੈ, ਉਹ ਪਾਠੀ ਸਿੰਘ, ਗ੍ਰੰਥੀ ਸਿੰਘ, ਵਿਚਾਰਵਾਨ, ਉਹ ਇਹ ਜਾਣਦੇ ਨੇ ਕਿ ਇਹ ਹੈਡਿੰਗ ਆਉਣ ਦਾ ਕਾਰਨ ਕੀ ਹੈ। ਹੈਡਿੰਗ ਹੈ ਸ਼ਬਦ ਦਾ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਇਹ ਜੋ ਕੱਲ ਵੀ ਸ਼ਬਦ ਵਿਚਾਰਿਆ ਗਿਆ ਸੀ, ਸ਼ਬਦ ਨੰਬਰ 13, 12, 11 ਪਹਿਲਾਂ ਸ਼ਬਦ 1 ਤੋਂ ਲੈ ਕੇ ਵਿਚਾਰੇ ਜਾ ਰਹੇ ਨੇ ਗੌੜੀ ਰਾਗ ਵਿੱਚ ਜੋ ਭਗਤ ਬਾਣੀ ਚੱਲ ਰਹੀ ਹੈ। ਇਸ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚੱਲ ਰਹੀ ਹੈ ਔਰ ਇਸ ਹੈਡਿੰਗ ਹੇਠ, ਗੌੜੀ ਗਵਾਰੀ ਦੀ ਹੈਡਿੰਗ ਹੇਠ 35 ਸ਼ਬਦ ਹਜੇ ਕਬੀਰ ਸਾਹਿਬ ਦੇ ਆਉਣੇ ਹੈ। ਉਸ ਤੋਂ ਬਾਅਦ ਜਿਹੜਾ ਗੌੜੀ ਰਾਗ ਦੇ ਵਿੱਚ ਹੀ ਇਸ ਦੇ ਤਹਿਤ ਹੀ ਦੂਜਾ ਹੈਡਿੰਗ ਸ਼ੁਰੂ ਹੋਏਗਾ, ਪਰ ਨਾਲ ਦੇ ਨਾਲ ਹਜੇ ਸ਼ਬਦ ਕਬੀਰ ਸਾਹਿਬ ਦੇ ਹੀ ਚੱਲਣਗੇ। ਜੇ ਮੈਂ ਨਾ ਭੁੱਲਦਾ ਹੋਵਾਂ ਤਕਰੀਬਨ 48 ਸ਼ਬਦ ਤੁਹਾਨੂੰ ਦਰਸ਼ਨ ਕਰਨ ਨੂੰ ਮਿਲਣਗੇ। ਪਰ ਇਹ ਕੀ ਕਾਰਨ ਹੈ ਕਿ ਵਿਚਕਾਰ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਇਹ ਹੈਡਿੰਗ ਉੱਤੇ ਪਵਾ ਦਿੱਤਾ ਕਿ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ, ਗੌੜੀ ਕਬੀਰ ਜੀ ਕੀ। ਵੀ ਗੌੜੀ ਰਾਗ ਵਿੱਚ ਇਹ ਬਾਣੀ ਕਬੀਰ ਸਾਹਿਬ ਜੀ ਦੀ ਹੀ ਹੈ, ਪਰ ਇਸ ਨਾਲ, ਇਸ ਸ਼ਬਦ ਨਾਲ ਰਲਾ ਕੇ ਮਹੱਲਾ ਪੰਜਵਾਂ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ। ਦੂਜੀ ਗੱਲ ਹੈ ਕਿ ਸ਼ਬਦ ਜਿਹੜਾ ਹੈ ਉਹ ਕੱਲ ਅਸੀਂ 13ਵਾਂ ਸ਼ਬਦ ਸਰਵਣ ਕੀਤਾ ਸੀ, ਅੱਜ 14ਵਾਂ ਸ਼ਬਦ ਹੈ। ਅੱਗੇ 15ਵਾਂ ਜਿਹੜਾ ਸ਼ਬਦ ਹੈ ਉਹ ਵੀ ਕਬੀਰ ਸਾਹਿਬ ਜੀ ਦਾ ਹੈ। ਫਿਰ ਇਹਦੇ ਜਿਹੜੇ ਨੰਬਰ ਨੇ, ਗਿਣਤੀ ਹੈ, ਉਹਦੇ ਡਿਜਿਟ ਨੇ, ਉਹ ਬਦਲ ਜਾਣੇ ਚਾਹੀਦੇ ਸੀ, ਉਹ ਵੀ ਨਹੀਂ ਬਦਲੇ। ਗਿਣਤੀ ਉਸੇ ਤਰ੍ਹਾਂ ਜਿਹੜੀ ਹੈ
ਉਹ 12 13 14 ਚੱਲ ਰਹੀ ਹੈ। ਫਿਰ ਸਾਨੂੰ ਕਿਵੇਂ ਪਤਾ ਲੱਗੇ ਕਿ ਇਸ ਸ਼ਬਦ ਦੇ ਵਿੱਚ ਕਿੰਨੀਆਂ ਪੰਕਤੀਆਂ ਧੰਨ ਗੁਰੂ ਅਰਜਨ ਸਾਹਿਬ ਜੀ ਦੀਆਂ ਨੇ ਤੇ ਕਿੰਨੀਆਂ ਪੰਕਤੀਆਂ ਭਗਤ ਕਬੀਰ ਸਾਹਿਬ ਦੀਆਂ ਨੇ? ਸਾਨੂੰ ਇਹ ਕਿਵੇਂ ਪਤਾ ਲੱਗੇ ਕਿ ਸ਼ਬਦ ਦੇ ਕਿੰਨੇ ਬੰਦ ਕਬੀਰ ਸਾਹਿਬ ਦੇ ਨੇ ਤੇ ਕਿੰਨੇ ਬੰਦ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਨੇ? ਇਹ ਨਿਰਣਾ ਕਿਵੇਂ ਹੋਵੇ? ਗੁਰੂ ਸਵਾਰਿਓ, ਯਾਦ ਰੱਖਣਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਨੇ ਬੜੇ ਕਮਾਲ ਦਾ ਢੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ ਹੈ। ਔਰ ਵਿਲੱਖਣ ਲਿਖਣ ਦੀ ਸ਼ੈਲੀ ਤੇ ਲੋਕ ਸਿਸਟਮ ਜਿਹੜਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਬੜੇ ਕਮਾਲ ਦਾ ਹੈ। ਇਸ ਲੋਕ ਸਿਸਟਮ ਦੇ ਕਰਕੇ ਹੀ ਕੋਈ ਵੀ ਬਾਣੀ ਦੇ ਵਿੱਚ ਜਿਹੜਾ ਹੈ ਉਹ ਇੱਕ ਸ਼ਬਦ ਦਾ, ਇੱਕ ਪੰਕਤੀ ਦਾ ਰਲਾ ਨਹੀਂ ਪਾ ਸਕਦਾ। ਜੇ ਕੋਈ ਇਹ ਕੋਝਾ ਯਤਨ ਕਰੇਗਾ ਤੇ ਇੱਕਦਮ ਫੜਿਆ ਜਾਏਗਾ। ਉਹਨੂੰ ਵਿਦਵਾਨ ਸੱਜਣ ਜਿਹੜੇ ਨੇ ਉਹ ਫੜ ਲੈਣਗੇ ਵੀ ਇੱਥੇ ਜਿਹੜਾ ਹੈ ਉਹ ਨੰਬਰਿੰਗ ਗਲਤ ਹੋ ਗਈ ਹੈ ਤੇ ਇੱਥੇ ਘਾਟਵਾਦ ਹੈ ਨੰਬਰਾਂ ਦੀ, ਇੱਥੇ ਕਿਸੇ ਦਾ ਵਾਧੂ ਸ਼ਬਦ ਦਰਜ ਨਹੀਂ ਕੀਤਾ ਜਾ ਸਕਦਾ। ਔਰ ਇਸੇ ਕਰਕੇ ਪਾਤਸ਼ਾਹ ਜੀ ਨੇ ਜਦੋਂ ਆਦਿ ਗ੍ਰੰਥ ਸਾਹਿਬ ਦਰਜ ਕੀਤੇ ਨੇ ਤੇ ਪਿੱਛੇ ਮੁੰਦਾਵਣੀ ਲਿਖੀ ਹੈ। ਮੁੰਦਾਵਣੀ ਦਾ ਅਰਥ ਹੁੰਦਾ ਸੀਲ ਪੈਕ, ਜਿਹਦੇ 'ਚ ਹੁਣ ਮਿਲਾਵਟ ਨਹੀਂ ਹੋ ਸਕਦੀ। ਹਾਂ, ਮੁੰਦਾਵਣੀ ਨੂੰ ਸਤਿਗੁਰੂ ਹੀ ਖੋਲ ਸਕਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਕਿਰਪਾ ਕੀਤੀ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕਰਾਈ ਭਾਈ ਸਾਹਿਬ ਭਾਈ ਮਨੀ ਸਿੰਘ ਹੋਣਾ ਪਾਸੋਂ, ਉਦੋਂ ਸਤਿਗੁਰੂ ਨੇ ਆਪ ਕਿਰਪਾ ਕੀਤੀ, ਮੁੰਦਾਵਣੀ ਨੂੰ ਖੋਲਿਆ, ਬਾਣੀ ਦਰਜ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕਾਂ ਤੋਂ ਬਾਅਦ ਫਿਰ ਮੁੰਦਾਵਣੀ ਲਾ ਦਿੱਤੀ ਹੈ। ਗੁਰੂ ਸਵਾਰਿਓ, ਕਿਤੇ ਕਿਤੇ ਤੁਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਜਿਹੜੇ ਰੋਜ਼ਾਨਾ ਦੇ ਸਹਿਜ ਪਾਠ ਕਰਨ ਵਾਲੇ ਨੇ ਉਹਨਾਂ ਨੇ ਵੇਖਿਆ ਹੋਏਗਾ ਵੀ ਲਿਖਿਆ ਹੋਇਆ ਜੋੜ, ਕਿਤੇ ਕਿਤੇ ਲਿਖਿਆ ਹੋਇਆ ਹੈਗਾ ਜੁਮਲਾ। ਹੁਣ ਜੁਮਲੇ ਦਾ ਅਰਥ ਇਹ ਨਹੀਂ ਹੈ ਕਿ ਅੱਜ ਕੱਲ੍ਹ ਲੋਕ ਜਿਹੜਾ ਕਹਿ ਦਿੰਦੇ ਨੇ ਵੀ ਜੁਮਲਾ ਛੱਡ ਦਿੱਤਾ, ਐਵੇਂ ਛੋਸਾ ਜਿਹਾ ਛੱਡ ਦਿੱਤਾ, ਮਜ਼ਾਕ ਕੀਤਾ ਹੈਗਾ। ਜੁਮਲਾ ਦਾ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕਾਂ ਤੋਂ ਬਾਅਦ ਜਿੱਥੇ ਲਿਖਿਆ ਨਾ, ਉਹਦਾ ਅਰਥ ਵੀ ਜੋੜ ਹੈ। ਕਈ ਥਾਂ ਤੇ ਤੁਸੀਂ ਪੜੋਗੇ ਸ਼ੁੱਧ, ਆਸਾ ਕੀ ਵਾਰ ਦੇ ਪਿੱਛੇ ਲਿਖਿਆ। ਕਈ ਥਾਵਾਂ ਤੇ ਪੜੋਗੇ ਸ਼ੁੱਧ ਕੀਚੇ, ਭਾਵ ਕਿ ਇਹ ਬਾਣੀ ਨੂੰ ਜੋ ਭਾਈ ਗੁਰਦਾਸ ਜੀ ਨੇ ਦਰਜ ਕੀਤੀ ਹੈ, ਲਿਖੀ ਹੈ, ਇਸ ਨੂੰ ਬੜੇ ਧਿਆਨ ਨਾਲ ਸ਼ੁੱਧ ਕੀਤਾ ਗਿਆ, ਵਾਚਿਆ ਗਿਆ, ਬਾਰ-ਬਾਰ ਜੋੜਾਂ ਨੂੰ ਵਾਚਿਆ ਗਿਆ, ਕੋਈ ਵਾਦ ਤੇ ਕੋਈ ਘਾਟ ਤੇ ਨਹੀਂ। ਅਸੀਂ ਜਦੋਂ ਸ਼ਬਦ ਪੜ੍ਹਦੇ ਹਾਂ, ਸ਼ਬਦ ਬੰਦਾਂ ਵਾਲੇ ਹੁੰਦੇ ਨੇ ਤੇ ਤੁਸੀਂ ਵੇਖੋ ਕਿੰਨੀ ਬਰੀਕੀ ਨਾਲ ਕੰਮ ਕੀਤਾ ਗਿਆ ਕਿ ਹਰ ਇੱਕ ਸ਼ਬਦ ਦੇ ਵਿੱਚ ਜਿਹੜਾ ਹੈ ਉਹ ਰਾਹੋਂ ਵਾਲਾ ਬੰਦ ਤੁਹਾਨੂੰ ਮਿਲੇਗਾ, ਪਰ ਉੱਥੇ ਏਕਾ ਲਿਖਿਆ ਮਿਲੇਗਾ। ਰਾਹੋਂ ਵਾਲੇ ਬੰਦ ਤੋਂ ਬਾਅਦ ਦੂਜਾ ਬੰਦ ਮਿਲੇਗਾ, ਉੱਥੇ ਵੀ ਏਕਾ ਲਿਖਿਆ ਮਿਲੇਗਾ। ਰਾਹੋਂ ਦੇ ਬੰਦ ਨੂੰ ਵੱਖਰਾ ਲਿਖਿਆ ਜਾਂਦਾ। ਫਿਰ ਦੂਜਾ ਬੰਦ, ਤੀਜਾ ਬੰਦ, ਚੌਥਾ ਬੰਦ, 4 ਲਿਖਿਆ ਹੋਏਗਾ ਗਿਣਤੀ ਦੇ, 1 2 3 4। 5 ਬੰਦਾਂ ਵਾਲਾ ਹੋਏਗਾ, ਪਿੱਛੇ 5 ਲਿਖਿਆ ਹੋਏਗਾ। 6 ਬੰਦਾਂ ਵਾਲਾ ਹੋਏਗਾ, 6 ਲਿਖਿਆ ਹੋਏਗਾ। 7 ਬੰਦਾਂ ਵਾਲਾ ਹੋਏਗਾ, 7 ਲਿਖਿਆ ਜਾਏਗਾ। 8 ਬੰਦਾਂ ਵਾਲਾ ਹੋਏਗਾ, ਅਸ਼ਟਪਦੀ 8 ਲਿਖਿਆ ਹੋਏਗਾ। ਹਾਲਾਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੇ ਮੈਂ ਨਾ ਭੁੱਲਦਾ ਹੋਵਾਂ ਤੇ ਤੁਹਾਨੂੰ ਜਿਹੜਾ 17 ਬੰਦਾਂ ਤੱਕ ਵੀ ਸ਼ਬਦ ਮਿਲਦੇ ਨੇ। 20 ਬੰਦਾਂ ਵਾਲੇ ਸ਼ਬਦ ਵੀ, 24 ਬੰਦਾਂ ਵਾਲੇ ਸ਼ਬਦ ਵੀ ਤੁਹਾਨੂੰ ਦਰਜ ਮਿਲਣਗੇ ਮਾਰੂ ਸੋਹਲੇ ਵਿੱਚ। ਇਸ ਤਰ੍ਹਾਂ ਇਹ ਸ਼ਬਦ ਨੂੰ ਜਦੋਂ ਤੁਸੀਂ ਧਿਆਨ ਨਾਲ ਵੇਖੋਗੇ, ਇਹ ਸ਼ਬਦ ਮੈਂ ਆਪ ਜੀ ਨੂੰ ਅੰਕ ਦੱਸਦੇ ਹਾਂ, 326 ਅੰਕ ਉੱਤੇ ਸੁਭਾਏਮਾਨ ਹੈ। ਇਸ ਸ਼ਬਦ ਦਾ ਅਖੀਰਲਾ ਜਦੋਂ ਤੁਸੀਂ ਬੰਦ ਪੜੋਗੇ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਪਾਈ ਤੋਂ ਬਾਅਦ 4 ਲਿਖਿਆ ਹੋਇਆ, 2 ਡੰਡੀਆਂ, ਫਿਰ 1 ਲਿਖਿਆ ਹੋਇਆ, ਫਿਰ ਅੱਗੇ 2 ਡੰਡੀਆਂ ਨੇ, ਫਿਰ 14 ਲਿਖਿਆ ਹੋਇਆ। ਆਮ ਸ਼ਬਦਾਂ ਵਿੱਚ ਪਿੱਛੇ ਤੁਸੀਂ ਵੇਖ ਕੇ ਆ ਰਹੇ ਹੋ
ਵਿਦਵਾਨਾਂ ਨੇ ਤੁਹਾਡੇ ਧਿਆਨ ਗੋਚਰੇ ਕੀਤਾ ਹੋਏਗਾ, ਸ਼ਬਦ ਨੰਬਰ 11 12 ਉੱਥੇ 4 ਲਿਖਿਆ ਹੈ, ਪਰ 11 ਲਿਖਿਆ ਹੈ, ਫਿਰ 4 ਲਿਖਿਆ ਹੈ, ਫਿਰ 12 ਲਿਖਿਆ ਹੈ, ਫਿਰ 4 ਲਿਖਿਆ ਹੈ, ਫਿਰ 3 ਲਿਖਿਆ ਹੈ। ਇੱਥੇ ਆ ਕੇ ਸ਼ਬਦ ਜਿਹੜਾ ਹੈ 4 ਲਿਖਿਆ ਹੈ, ਫਿਰ 2 ਡੰਡੀਆਂ, ਫਿਰ ਏਕਾ ਲਿਖਿਆ ਹੈ, ਫਿਰ 4, ਫਿਰ 2 ਡੰਡੀਆਂ, ਫਿਰ 14 ਲਿਖਿਆ। 15 ਨੰਬਰ ਦੇ ਵਿੱਚ ਜਾ ਕੇ ਫਿਰ ਤੁਸੀਂ 2 ਡੰਡੀਆਂ 4 ਲਿਖੋਗੇ, ਵੇਖੋਗੇ, ਫਿਰ 2 ਡੰਡੀਆਂ, ਫਿਰ 15 ਲਿਖਿਆ, ਉੱਤੇ ਫਿਰ ਏਕਾ ਨਹੀਂ ਲਿਖਿਆ ਹੋਇਆ। ਇਸ ਸ਼ਬਦ ਵਿੱਚ ਹੀ 4 ਤੋਂ ਬਾਅਦ ਏਕਾ ਲਿਖਿਆ ਹੋਇਆ ਹੈ, 1 ਲਿਖਿਆ ਹੋਇਆ ਹੈ। ਇਹ ਹੈ ਵਿਸ਼ਾ ਜਿਹੜਾ ਹੈ, ਇਹ ਬੜਾ ਸੂਖਸ਼ਮ ਵਿਸ਼ਾ ਹੈ, ਔਰ ਇਹ ਜਦੋਂ ਪੋਥੀਆਂ ਸਾਹਮਣੇ ਹੋਣ ਫਿਰ ਹੀ ਇਹਨੂੰ ਧਿਆਨ ਨਾਲ ਵਾਚਿਆ ਜਾ ਸਕਦਾ ਹੈ। ਪਰ ਮੇਰਾ ਪ੍ਰਚਾਰਕ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਇਹਨਾਂ ਬਰੀਕੀਆਂ ਵੱਲ ਧਿਆਨ ਖਿੱਚਣਾ ਆਪਣੀ ਕੌਮ ਦੇ ਨੌਜਵਾਨ ਬੱਚਿਆਂ ਦਾ, ਉਹਨਾਂ ਦਾ ਜਿਹੜੇ ਰੋਜ਼ਾਨਾ ਸਹਿਜ ਪਾਠ ਕਰਦੇ ਨੇ, ਘੱਟੋ ਘੱਟ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ, ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ 1-2 ਸਹਿਜ ਪਾਠ ਤੇ ਜ਼ਰੂਰ ਕਰੋ। ਜਿਨ੍ਹਾਂ ਨੂੰ ਪੰਜਾਬੀ ਆਉਂਦੀ ਹੈ, ਗੁਰਮੁਖੀ ਆਉਂਦੀ ਹੈ, ਉਹ ਜ਼ਰੂਰ ਯਤਨ ਕਰੋ। ਤੁਹਾਨੂੰ 1 ਅੰਕ ਤੋਂ ਲੈ ਕੇ ਜਦੋਂ ਤੁਸੀਂ 200-250 ਅੰਕਾਂ ਤੱਕ ਪਾਠ ਕਰੋਗੇ ਨਾ, ਤੁਹਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰਨੀਆਂ ਆ ਜਾਣਗੀਆਂ, ਆਪਣੇ ਗੁਰੂ ਨਾਲ ਬਾਤਾਂ ਪਾਉਣੀਆਂ ਆ ਜਾਣਗੀਆਂ, ਆਪਣੇ ਗੁਰੂ ਨਾਲ ਬੁਝਾਰਤਾਂ ਪਾਉਣੀਆਂ ਆ ਜਾਣਗੀਆਂ, ਬੁੱਝਣੀਆਂ ਆ ਜਾਣਗੀਆਂ। ਜ਼ਿੰਦਗੀ ਦੀ ਬੁਝਾਰਤ ਨੂੰ ਕਿਵੇਂ ਸੁਲਝਾਉਣਾ ਹੈ, ਇਹ ਗੁਰੂ ਤੁਹਾਨੂੰ ਦੱਸੇਗਾ। ਔਰ ਯਾਦ ਰੱਖਣਾ, ਮੈਂ ਬੇਨਤੀ ਕਰਦਾ ਹੁੰਦਾ ਕਿ ਸੰਸਾਰ ਦੇ ਬਹੁਤ ਸਾਰੇ ਅਜਿਹੇ ਗ੍ਰੰਥ ਨੇ ਜਿਨ੍ਹਾਂ ਵਿੱਚ ਸਵਾਲ ਪੈਦਾ ਕੀਤੇ ਗਏ, ਪਰ ਉਹਨਾਂ ਦੇ ਜਵਾਬ ਨਾ ਹੋਣ, ਜਵਾਬ ਕਿਸੇ ਹੋਰ ਥਾਂ ਤੋਂ ਭਾਲਣੇ ਪੈਂਦੇ ਨੇ। ਕੁੱਲ ਦੁਨੀਆ ਤੇ ਇੱਕੋ ਇੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਜਿਹੇ ਨੇ ਜਿਨ੍ਹਾਂ ਵਿੱਚ ਅਧੂਰਾ ਸਵਾਲ ਕੋਈ ਨਹੀਂ, ਸਵਾਲ ਪੂਰਨ ਹੈ, ਔਰ ਸਵਾਲ ਦਾ ਆਨਸਰ ਵੀ ਨਾਲ ਦੀ ਨਾਲ ਹੀ ਮਿਲਦਾ ਹੈ, ਜਵਾਬ ਵੀ ਨਾਲ ਦੀ ਨਾਲ ਹੀ ਦਿੱਤਾ ਜਾਂਦਾ ਹੈ। ਇਹ ਨਹੀਂ ਹੈ ਕਿ ਜਿਹੜਾ ਹੈ ਉਹ ਜਵਾਬ ਤੁਹਾਨੂੰ ਭਾਲਣਾ ਪੈਂਦਾ ਹੈ, ਜਵਾਬ ਵੀ ਸਤਿਗੁਰੂ ਨਾਲ ਦੀ ਨਾਲ ਹੀ ਦਿੰਦੇ ਨੇ। ਸੋ ਗੁਰੂ ਸਵਾਰਿਓ, ਸਾਡੇ ਜਿਹੜੇ ਜ਼ਿਹਨ ਵਿੱਚ ਇਸ ਸ਼ਬਦ ਨੂੰ ਲੈ ਕੇ ਸਵਾਲ ਚੱਲਦੇ ਨੇ, ਉਹਨਾਂ ਸਵਾਲਾਂ ਦਾ ਜਵਾਬ ਵੀ ਸਾਨੂੰ ਇਹਦੇ ਵਿੱਚੋਂ ਹੀ ਮਿਲ ਜਾਏਗਾ ਕਿ ਇਹ ਜਿਹੜਾ 4 ਲਿਖਿਆ, 4 ਤੋਂ ਬਾਅਦ 1 ਲਿਖਿਆ, 1 ਤੋਂ ਬਾਅਦ 14 ਲਿਖਿਆ, ਅਸਲ ਵਿੱਚ ਕੀ ਹੈ? 4 ਬੰਦਾਂ ਵਾਲਾ ਇਹ ਸ਼ਬਦ ਹੈ। ਬੰਦ ਜਿਹੜੇ ਨੇ ਉਹਨਾਂ ਦੇ ਡਿਜਿਟ ਨੰਬਰ ਵਾਈਜ਼ ਚੱਲ ਰਹੇ ਨੇ, 1 2 3। ਪਹਿਲੇ 3 ਬੰਦ ਕਬੀਰ ਸਾਹਿਬ ਦੇ ਨੇ। ਜਿਹੜਾ ਇਹ 4 ਤੋਂ ਬਾਅਦ 1 ਆਇਆ ਹੈ, ਇਸ ਕਰਕੇ ਆਇਆ ਕਿ ਅਖੀਰਲਾ ਜਿਹੜਾ ਬੰਦ ਹੈ, ਉਹ ਜੋ ਹੈਡਿੰਗ ਉੱਪਰ ਲਿਖਿਆ ਨਾਲ ਰਲਾਏ ਲਿਖਿਆ ਮਹੱਲਾ 5ਵਾਂ, ਉਸ ਅਖੀਰਲੇ ਬੰਦ ਦਾ ਇਹ ਇੱਕ ਸੂਚਕ ਹੈ ਕਿ ਵੀ ਇੱਕ ਬੰਦ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਨਾਲ ਰਲਾ ਕੇ ਲਿਖਿਆ ਹੈ, ਤੇ 14 ਨੰਬਰ ਇਹ ਸ਼ਬਦ ਹੈ। ਗੁਰੂ ਸਵਾਰਿਓ, ਜਦੋਂ ਆਪਾਂ ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਵਿਚਾਰਦੇ ਹਾਂ, ਹੋਰ ਗੱਲ ਸੌਖੀ ਹੋ ਜਾਏ। ਹੁਣ ਜਿਹਨ ਵਿੱਚ ਇਹ ਹੋਏਗਾ ਵੀ ਅਜਿਹਾ ਇਸ ਸ਼ਬਦ ਵਿੱਚ ਕੀ ਹੈ, ਕੀ ਰਹੱਸ ਹੈ, ਜਿਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਇਸ ਸ਼ਬਦ ਦੇ ਵਿੱਚ ਚੌਥਾ ਬੰਦ ਆਪਣਾ ਰਲਾਉਣਾ ਪਿਆ। ਚੇਤੇ ਰੱਖਣਾ, ਭਗਤ ਸਾਹਿਬਾਨ ਵੱਲੋਂ ਜਿਹੜੀ ਬਾਣੀ ਉਚਾਰਨ ਕੀਤੀ ਹੈ ਉਹ ਅਧੂਰੀ ਨਹੀਂ ਹੈ, ਉਹ ਮੁਕੰਮਲ ਹੈ, ਕਿਸੇ ਵੀ ਪੱਖ ਤੋਂ ਅਧੂਰੀ ਨਹੀਂ ਹੈ। ਮਾਫ ਕਰਨਾ ਮੈਨੂੰ ਕਿ ਮਤਾਂ ਕੋਈ ਇਹ ਸੋਚ ਲਵੇ ਵੀ ਅਧੂਰਾਪਣ ਸੀ ਤੇ ਉਹਨੂੰ ਮੁਕੰਮਲ ਕੀਤਾ, ਨਹੀਂ ਨਹੀਂ ਨਹੀਂ। ਪਰ ਹਾਂ, ਵਿਦਵਤਾ ਦੀ ਦੁਨੀਆ ਵਿੱਚ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਰਹੱਸਮਈ ਗੱਲ ਨੂੰ ਗੁੰਝਲਦਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਉਹਨੂੰ ਖੋਲ੍ਹਣਾ ਪੜ੍ਹਨ ਵਾਲੇ ਨੇ ਹੁੰਦਾ ਹੈ, ਆਪਣੇ ਵਿਵੇਕ ਉੱਤੇ। ਬਾਬਾ ਫਰੀਦ ਸਾਹਿਬ ਜੀ ਦੇ ਸ਼ਲੋਕ ਜਿਨ੍ਹਾਂ ਨੂੰ ਆਪ ਜੀ ਪੜ੍ਹਦੇ ਹੋ ਤੇ ਵਿਚਾਰਦੇ ਹੋ ਤੇ ਬੜੇ ਮਾਣ ਨਾਲ ਅਸੀਂ ਪੜ੍ਹਦੇ ਹਾਂ। ਬਾਬਾ ਫਰੀਦ ਸਾਹਿਬ ਜੀ ਦਾ 51ਵਾਂ ਸ਼ਲੋਕ ਹੈਗਾ ਤੇ ਬਾਬਾ ਫਰੀਦ ਸਾਹਿਬ ਜੀ ਨੇ ਉਹਦੇ ਵਿੱਚ ਇੱਕ ਰਹੱਸ ਰੱਖਿਆ ਹੈ। ਆਪਾਂ ਪੜ੍ਹਦੇ ਹਾਂ, ਫਰੀਦਾ ਰਤੀ ਰਤ ਨਾ ਨਿਕਲੈ, ਜੇ ਤਨ ਚੀਰੈ ਕੋਏ, ਜੋ ਰਤ ਜੋ ਤਨ ਰਤੇ ਰੱਬ ਸਿਉ, ਤਿੰਨ ਤਨ ਰਤ ਨਾ ਹੋਏ। ਹੁਣ ਫਰੀਦ ਸਾਹਿਬ ਨੇ ਇਹ ਗੱਲ ਤਾਂ ਦਿੱਤੀ, ਪਰ ਜੇ ਇਸ ਗੱਲ ਨੂੰ ਵਿਚਾਰੋਗੇ
ਤਾਂ ਇਹ ਗੱਲ ਜਿਹੜੀ ਹੈ ਆਮ ਜੇ ਇਹਨੂੰ ਪੜ੍ਹੋਗੇ ਤਾਂ ਆਮ ਹੀ ਲੱਗੇਗਾ ਕਿ ਬਾਬਾ ਫਰੀਦ ਸਾਹਿਬ ਕਹਿ ਰਹੇ ਨੇ, ਫਰੀਦਾ ਰੱਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ, ਵੀ ਤਨ ਨੂੰ ਚੀਰ ਦੋ ਤੇ ਤਨ ਵਿੱਚੋਂ ਰਤ ਨਹੀਂ ਨਿਕਲੇਗਾ। ਰਤ ਦਾ ਅਰਥ ਲਹੂ ਹੈ। ਪਰ ਅਜੋਕੇ ਸਾਇੰਸ ਪੜ੍ਹਨ ਵਾਲੇ ਵਿਦਿਆਰਥੀ ਜਾਂ ਆਮ ਬੰਦਾ ਵੀ ਜਿਹਨੇ ਸਾਇੰਸ ਨਾ ਵੀ ਪੜ੍ਹੀ ਹੋਵੇ, ਉਹਨੂੰ ਕਦੇ ਕੋਈ ਕਰਦ ਨਾਲ ਫੱਟ ਲੱਗਿਆ ਹੋਣਾ ਜਾਂ ਉਂਝ ਚੀਰਾ ਲੱਗਿਆ ਹੋਣਾ, ਠੇਡਾ ਲੱਗਿਆ ਹੋਣਾ, ਮਿੰਟ 'ਚ ਹੀ ਲਹੂ ਨਿਕਲ ਆਉਂਦਾ, ਰਤ ਤੇ ਨਿਕਲ ਆਉਂਦਾ ਨਾ, ਖੂਨ ਨਿਕਲ ਆਉਂਦਾ। ਤੇ ਸਾਇੰਸ ਤੇ ਕਹਿੰਦੀ ਇਹ ਹੈ ਕਿ ਮਨੁੱਖ ਦੀ ਬੋਡੀ ਨੂੰ ਜਦੋਂ ਵੇਖੋਗੇ ਤਾਂ ਇਸ ਦੇ ਵਿੱਚ ਜਿਹੜਾ ਹੈ ਉਹ ਤਕਰੀਬਨ 5 ਲੀਟਰ ਦੇ ਤਕਰੀਬਨ ਜਿਹੜਾ ਲਹੂ ਹੈਗਾ। ਫਿਰ ਬਾਬਾ ਫਰੀਦ ਸਾਹਿਬ ਇਹ ਕਿਉਂ ਆਖ ਰਹੇ ਨੇ ਵੀ ਜੇ ਤਨ ਨੂੰ ਚੀਰ ਵੀ ਲਿਆ ਜਾਏ, ਤਨ ਨੂੰ ਚੀਰਾ ਵੀ ਦੇ ਦਿੱਤਾ ਜਾਏ ਤਾਂ ਵੀ ਇਹਦੇ ਵਿੱਚੋਂ ਰਤ ਨਹੀਂ ਨਿਕਲਦਾ। ਜੋ ਤਨ ਰੱਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ। ਕਹਿਣ ਲੱਗੇ ਜਿਹੜੇ ਤਨ ਰੱਬ ਨਾਲ ਰੱਤੇ ਹੋਏ ਨੇ, ਲੀਨ ਰਹਿੰਦੇ ਨੇ ਉਸ ਤਨ ਵਿੱਚ, ਤਨ ਦੇ ਨੰਨੇ ਨੂੰ ਸਿਹਾਰੀ ਹੈ। ਹੁਣ ਬਿਲਕੁਲ ਹੋਰ ਜ਼ਿਆਦਾ ਕਲੀਅਰ ਕਰ ਦਿੱਤੀ ਗੱਲ ਵੀ ਤਨ ਵਿੱਚ ਦੀ ਗੱਲ ਚੱਲ ਰਹੀ ਹੈ, ਬਾਹਰ ਦੀ ਨਹੀਂ। ਜਿਹੜੀ ਸਿਹਾਰੀ ਹੈ ਵਿੱਚ ਦੇ ਅਰਥ ਕਰ ਰਹੀ ਹੈ ਵੀ ਉਸ ਤਨ ਵਿੱਚ ਰਤ ਨਹੀਂ ਹੁੰਦਾ ਜੋ ਰੱਬ ਨਾਲ ਰੱਤੇ ਹੋਏ ਨੇ। ਇਹ ਕਿਹੜੀ ਗੱਲ ਹੋ ਗਈ? ਇਹ ਖੂਨੇ ਨਹੀਂ ਹੈ, ਲਹੂ ਨਹੀਂ ਹੈ। ਬਾਬਾ ਫਰੀਦ ਸਾਹਿਬ ਦੀ ਇਸ ਗੱਲ ਨੂੰ ਸਮਝਣਾ ਹੋਏਗਾ। ਬਾਬਾ ਫਰੀਦ ਸਾਹਿਬ ਜੀ ਦੀ ਇਸ ਗੱਲ ਨੂੰ ਸੌਖਿਆਂ ਕਰ ਦਿੱਤਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਫਰੀਦ ਸਾਹਿਬ ਦੀ ਬਾਣੀ ਨੂੰ ਸਟੱਡੀ ਕੀਤਾ, ਪੜ੍ਹਿਆ, ਉਹਨਾਂ ਦੇ ਸਾਹਮਣੇ ਸ਼ਲੋਕ ਆਇਆ। ਕਿਉਂਕਿ ਸਮਕਾਲੀ ਤਾਂ ਨਹੀਂ ਹੈ, ਚੇਤੇ ਰੱਖਣਾ। ਬਾਬਾ ਫਰੀਦ ਸਾਹਿਬ ਗੁਰੂ ਅਮਰਦਾਸ ਜੀ ਸਮਕਾਲੀ ਨਹੀਂ। ਔਰ ਇਹ ਜਿਹੜਾ ਸ਼ਬਦ ਦਾ ਹੈਡਿੰਗ ਅਸੀਂ ਵਿਚਾਰ ਰਹੇ ਹਾਂ ਨਾ, ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ, ਇਹ ਵੀ ਕਬੀਰ ਸਾਹਿਬ ਤੇ ਗੁਰੂ ਅਰਜਨ ਸਾਹਿਬ ਸਮਕਾਲੀ ਨਹੀਂ ਹੈ। ਹਾਂ, ਦੋ ਮਹਾਨ ਸ਼ਖਸੀਅਤਾਂ ਸਮਕਾਲੀ ਹੋਣ ਤਾਂ ਫਿਰ ਉਹ ਇਕੱਠੇ, ਚਲੋ ਕਹਿ ਸਕਦੇ ਹਾਂ ਵੀ ਇਕੱਠਿਆਂ ਬਾਣੀ ਉਚਾਰਨ ਕੀਤੀ, ਇਕੱਠਿਆਂ ਸ਼ਬਦ ਪੜ੍ਹਿਆ। ਜਿਵੇਂ ਅਸੀਂ ਹੈਡਿੰਗ ਪੜ੍ਹਦੇ ਹਾਂ ਕਿ ਰਾਮ ਕਲੀ ਕੀ ਵਾਰ ਸੱਤੈ ਡੂਮ ਆਖੀ, ਉਹ ਤੇ ਸਮਕਾਲੀ ਹੋਏ ਨਾ, ਦੋਵਾਂ ਨੇ ਇਕੱਠੇ ਉਚਾਰਨ ਕੀਤੀ ਹੈ। ਹਾਲਾਂਕਿ ਉਹਦੇ ਵਿੱਚ ਵੀ ਜਿਹੜਾ ਹੈ ਵਿਦਵਾਨ ਕਹਿੰਦੇ ਨੇ ਕੁਝ ਪੌੜੀਆਂ ਸੱਤੇ ਜੀ ਦੀਆਂ, ਕੁਝ ਬਲਵੰਡ ਜੀ ਦੀਆਂ ਨੇ, ਪਰ ਉਚਾਰਨ ਇਕੱਠੀ ਉਹ ਕੀਤੀ ਹੈ, ਉਹ ਸਮਕਾਲੀ ਨੇ। ਪਰ ਕਬੀਰ ਸਾਹਿਬ ਤੇ ਸਮਕਾਲੀ ਨਹੀਂ। ਕਬੀਰ ਸਾਹਿਬ ਤੇ ਮੈਂ ਨਾ ਭੁੱਲਦਾ ਹੋਵਾਂ ਤੇ ਤਕਰੀਬਨ 1397-98 ਚ ਉਹਨਾਂ ਦਾ ਬਰਥ ਹੈ, ਤੇ ਗੁਰੂ ਅਰਜਨ ਸਾਹਿਬ ਜੀ 1563 ਦਾ ਹੈ। ਗੁਰੂ ਸਵਾਰਿਓ, ਬਾਬਾ ਫਰੀਦ ਸਾਹਿਬ ਜੀ ਤੇ ਗੁਰੂ ਅਮਰਦਾਸ ਜੀ ਵੀ ਸਮਕਾਲੀ ਨਹੀਂ ਹੈ। ਬਾਬਾ ਫਰੀਦ ਸਾਹਿਬ ਜੀ 1172-73 ਦੀ ਗੱਲ ਚੱਲਦੀ ਹੈ ਇਤਿਹਾਸ ਵਿੱਚ, ਤੇ ਬਾਬਾ ਅਮਰਦਾਸ ਜੀ 1479 ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਜੀ ਤੋਂ 10 ਸਾਲ ਹੀ ਛੋਟੇ ਨੇ ਗੁਰੂ ਅਮਰਦਾਸ ਮਹਾਰਾਜ, ਸਮਕਾਲੀ ਤਾਂ ਨਹੀਂ ਨਾ। ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਕੋਲ ਬਾਣੀ ਕਿਵੇਂ ਆਈ ਹੈ? ਕਿਉਂਕਿ ਗੁਰੂ ਨਾਨਕ ਸਾਹਿਬ ਜੀ ਆਪਣੀਆਂ ਉਦਾਸੀਆਂ ਦੇ ਦੌਰਾਨ ਜਿਹੜਾ ਹੈ ਬਾਬਾ ਫਰੀਦ ਸਾਹਿਬ ਦੀ ਬਾਣੀ ਉਹਨਾਂ ਦੇ 11ਵਾਂ ਉੱਤਰਾਧਿਕਾਰੀ ਸ਼ੇਖ ਬ੍ਰਹਮ ਪਾਸੋਂ ਲੈ ਕੇ ਆਏ ਸੀ। ਉਹਨਾਂ ਨੇ ਆਪਣੀ ਬਾਣੀ ਦੀ ਪੋਥੀ ਤਿਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗ ਮਿਲੀ, ਉਹ ਪੋਥੀ ਗੁਰੂ ਅੰਗਦ ਸਾਹਿਬ ਨੂੰ ਦਿੱਤੀ। ਗੁਰੂ ਅੰਗਦ ਸਾਹਿਬ ਨੇ ਪੋਥੀ ਗੁਰੂ ਅਮਰਦਾਸ ਮਹਾਰਾਜ ਨੂੰ ਦਿੱਤੀ, ਭਗਤ ਬਾਣੀ ਦੀ ਤੇ ਗੁਰਬਾਣੀ ਦੀ। ਹੁਣ ਜਦੋਂ ਉਹਨੂੰ ਪੜ੍ਹ ਰਹੇ ਨੇ ਤਾਂ ਇਹ ਸ਼ਲੋਕ ਸਾਹਮਣੇ ਆਉਂਦਾ ਹੈ ਵੀ ਤਨ ਵਿੱਚ ਰਤ ਨਹੀਂ ਹੁੰਦਾ, ਜਿਹੜੇ ਰੱਬ ਨਾਲ ਰੱਤੇ ਹੁੰਦੇ ਨੇ। ਬਾਬੇ ਅਮਰਦਾਸ ਨੇ ਫਿਰ ਕਿਹਾ ਵੀ ਸੰਗਤਾਂ ਨੂੰ ਭੁਲੇਖਾ ਨਾ ਲੱਗ ਜਾਏ, ਇਸ ਵਿਸ਼ੇ ਨੂੰ ਹੋਰ ਖੋਲ ਦਿੱਤਾ ਜਾਏ। ਤਾਂ ਬਾਬਾ ਅਮਰਦਾਸ ਜੀ ਨੇ, ਗੁਰੂ ਅਮਰਦਾਸ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਤਨ ਸੱਬੋ ਰਤ ਹੈ। ਪਹਿਲੀ ਗੱਲ ਵਿੱਚ ਹੀ ਕਲੀਅਰ ਕਰ ਦਿੱਤਾ ਵੀ ਲਹੂ ਤੋਂ ਬਿਨਾਂ ਤਨ ਹੋ ਹੀ ਨਹੀਂ ਸਕਦਾ, ਕਿਉਂਕਿ ਬਾਣੀ ਦਾ ਕੀ ਸਿਧਾਂਤ ਹੈ? ਮਾਤ ਪਿਤਾ ਕੀ ਰਕਤ ਨਿਪੰਨੇ। ਬੰਦਾ ਤੇ ਬਣਿਆ ਹੀ ਰਕਤ ਤੋਂ ਹੈ, ਬੰਦਾ ਤੇ ਮਾਂ ਦੇ ਲਹੂ ਤੋਂ, ਪਿਤਾ ਦੇ ਬਿੰਨ ਤੋਂ ਬਣਿਆ ਹੀ ਲਹੂ ਤੋਂ। ਇਹਦੀ ਹੋਂਦ ਦੀ ਜਿਹੜਾ ਹੈ ਉਹ ਰਕਤ ਤੋਂ ਹੈਗੀ ਹੈ। ਪਾਤਸ਼ਾਹ ਕਹਿੰਦੇ ਨੇ ਇਹ ਤੇ ਹੋ ਹੀ ਨਹੀਂ ਸਕਦਾ। ਪਾਤਸ਼ਾਹ ਨੇ ਕਲੀਅਰ ਕਰ ਦਿੱਤਾ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਪਾਤਸ਼ਾਹ ਕਹਿੰਦੇ ਭਈ ਰਤ ਤੋਂ ਬਿਨਾਂ, ਜਿਹੜਾ ਹੈ ਲਹੂ ਤੋਂ ਬਿਨਾਂ ਇਹ ਸਰੀਰ ਬਣ ਹੀ ਨਹੀਂ ਸਕਦਾ,
ਕਿਉਂਕਿ ਕਾਚ ਕੋਟੰ ਰਚੰਤ ਤੋਯੰ ਲੇਪਨੰ ਰਕਤ ਚਰਮਣੈ। ਇਹ ਤਾਂ ਹੱਡੀਆਂ ਦੇ ਉੱਤੇ ਜਿਹੜਾ ਲੇਪ ਕੀਤਾ ਹੋਇਆ ਉਹ ਵੀ ਜਿਹੜਾ ਉਹ ਚਮੜੇ ਤੇ ਲਹੂ ਦਾ ਹੀ ਕੀਤਾ ਹੋਇਆ ਹੈਗਾ। ਫਿਰ ਕਿਹੜਾ ਰਤ ਨਹੀਂ ਹੈ? ਬਾਬਾ ਫਰੀਦ ਸਾਹਿਬ ਕਹਿੰਦੇ ਜੋ ਸਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਹੁਣ ਤਨ ਦੇ ਉੱਥੇ ਵੀ ਨੰਨੇ ਨੂੰ ਸਿਹਾਰੀ ਹੈ। ਤਨ ਵਿੱਚ ਜੋ ਆਪਣੇ ਖਸਮ ਨਾਲ ਰੱਤੇ ਰਹਿੰਦੇ ਨੇ ਨਾ, ਮਾਨਕ ਨਾਲ ਰੱਤੇ ਰਹਿੰਦੇ ਨੇ, ਪਾਤਸ਼ਾਹ ਕਹਿੰਦੇ ਉਸ ਤਨ ਵਿੱਚ ਲੋਭ ਰੂਪੀ ਰਤ ਨਹੀਂ ਹੁੰਦਾ, ਲਾਲਚ ਰੂਪੀ ਰਤ ਨਹੀਂ ਹੁੰਦਾ। ਹੁਣ ਗੱਲ ਬੜੀ ਸਪਸ਼ਟ ਹੋ ਗਈ ਹੈ, ਇੱਕਦਮ ਗੱਲ ਪਕੜ ਵਿੱਚ ਆ ਗਈ ਹੈ, ਸਮਝ ਵਿੱਚ ਆ ਗਈ ਹੈ। ਇਸ ਤਰ੍ਹਾਂ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਚੇਤੇ ਰੱਖਣਾ ਸੰਗਤ ਜੀ। ਫਿਰ ਉਹੀ ਗੱਲ ਮੈਂ ਬੇਨਤੀ ਕਰ ਰਿਹਾ ਦੁਹਰਾ ਕੇ ਵੀ ਸਹਿਜ ਪਾਠ ਜ਼ਰੂਰ ਕਰੋ। ਜਦੋਂ ਤੁਸੀਂ ਸਹਿਜ ਪਾਠ ਕਰਦੇ ਹੋ ਤਾਂ ਸ਼ਲੋਕ ਬਾਬਾ ਫਰੀਦ ਸਾਹਿਬ ਦੇ ਹੈਡਿੰਗ ਹੇਠ 130 ਸ਼ਲੋਕ ਤੁਸੀਂ ਵੇਖਦੇ ਹੋ। ਪਰ ਕੀ ਤੁਹਾਨੂੰ ਪਤਾ ਹੈ 130 ਸ਼ਲੋਕ ਬਾਬਾ ਫਰੀਦ ਸਾਹਿਬ ਦੇ ਨਹੀਂ? ਹੁਣ ਤੁਸੀਂ ਹੈਰਾਨ ਹੋਵੋਗੇ ਵੀ ਗਿਆਨੀ ਜੀ ਇਹ ਗੱਲ ਕਿਉਂ ਆਖ ਰਹੇ ਨੇ। ਇਹ ਗੱਲ ਸੱਚੀ ਹੈ। ਜਿਨ੍ਹਾਂ ਨੇ ਦਰਸ਼ਨ ਕੀਤੇ ਜਾਣਦੇ ਨੇ। ਵਿੱਚ ਵਿੱਚ ਜਿਵੇਂ ਮਹੱਲੇ ਤੀਜੇ ਦਾ ਸ਼ਲੋਕ ਹੈ, ਮਹੱਲੇ ਚੌਥੇ, ਮਹੱਲੇ ਪੰਜਵੇਂ ਦੇ ਸ਼ਲੋਕ ਵੀ ਆਉਣਗੇ। 112 ਸ਼ਲੋਕ ਨੇ ਬਾਬਾ ਫਰੀਦ ਸਾਹਿਬ ਦੇ, ਤੇ 18 ਸ਼ਲੋਕ ਜਿਹੜੇ ਨੇ ਵਿੱਚ ਵਿੱਚ ਉਹ ਗੁਰੂ ਸਾਹਿਬਾਨ ਦੇ ਉਚਾਰਨ ਕੀਤੇ ਹੋਏ ਨੇ, ਤਾਂ ਕਿ ਜਿਨ੍ਹਾਂ ਸ਼ਲੋਕਾਂ ਵਿੱਚ ਰਹੱਸ ਰੱਖਿਆ ਗਿਆ ਉਹਨਾਂ ਸ਼ਲੋਕਾਂ ਨੂੰ ਹੋਰ ਖੋਲ ਦਿੱਤਾ ਗਿਆ, ਸੁਖੈਨ ਰੂਪ ਵਿੱਚ ਜਿਹੜਾ ਹੈ ਉਹ ਸਾਨੂੰ ਤੇ ਤੁਹਾਨੂੰ ਸਮਝ ਆ ਸਕਣ। ਇਸੇ ਤਰ੍ਹਾਂ ਇਹ ਜਿਹੜਾ ਅੱਜ ਦਾ ਵਿਚਾਰ ਅਧੀਨ ਹੈਡਿੰਗ ਹੈ, ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹਿਲਾ ਪੰਜਵਾਂ। ਇਹ ਸ਼ਬਦ ਕਬੀਰ ਸਾਹਿਬ ਦਾ ਗੌੜੀ ਰਾਗ ਵਿੱਚ ਹੈ। ਪਰ ਇਸ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਆਪਣਾ ਇੱਕ ਬੰਦ ਅਖੀਰਲਾ ਦਰਜ ਕੀਤਾ ਹੈ। ਉਸ ਦਾ ਕਾਰਨ ਕੀ ਹੈ? ਜਦੋਂ ਸ਼ਬਦ ਆਪਾਂ ਵਿਚਾਰਾਂਗੇ ਫਿਰ ਸਾਨੂੰ ਪਤਾ ਲੱਗੇਗਾ ਕਿ ਕੋਈ ਤੇ ਗੱਲ ਸੀ ਜਿਸ ਕਰਕੇ ਇਸ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਆਪਣਾ ਬੰਦ ਉਚਾਰਨ ਕੀਤਾ, ਕੋਈ ਤੇ ਰਹੱਸ ਰੱਖਿਆ। ਕਬੀਰ ਸਾਹਿਬ ਜੀ ਸ਼ਬਦ ਵਿੱਚ ਬੜੇ ਕਮਾਲ ਦੀ ਗੱਲ ਕਰ ਰਹੇ ਨੇ। ਔਰ ਵੇਖਣਾ, ਇੱਕ ਗੱਲ ਉਹ ਹੁੰਦੀ ਹੈ ਕਿਸੇ ਦੀ ਸੁਣੀ ਸੁਣਾਈ ਹੋਵੇ, ਇੱਕ ਗੱਲ ਉਹ ਹੁੰਦੀ ਹੈ ਜਿਹੜੀ ਕਿਸੇ ਸਾਹਿਤ ਤੋਂ ਪੜ੍ਹੀ ਹੋਵੇ, ਇੱਕ ਗੱਲ ਉਹ ਹੁੰਦੀ ਹੈ ਜਿਹੜੀ ਸੁਣੀ ਵੀ ਕਿਸੇ ਨੇ ਸੀ, ਦਾਦੇ ਪੜਦਾਦਿਆਂ ਨੇ, ਸੀਨੇ ਬਸੀਨੇ ਕਿਸੇ ਨੇ ਸੁਣਾਈ। ਉਹ ਗੱਲ ਬਦਲਦੀ ਬਦਲਦੀ ਚੇਂਜ ਹੁੰਦੀ ਹੁੰਦੀ ਅਖੀਰ ਤੇ ਜਿਹੜਾ ਹੈ ਉਸ ਗੱਲ ਦਾ ਕੁਝ ਹੋਰ ਹੀ ਬਣ ਜਾਂਦਾ ਹੈ। ਤੁਸੀਂ ਵੇਖੋ ਨਾ, ਪਹਿਲੇ ਜ਼ਮਾਨਿਆਂ 'ਚ ਕਿਸੇ ਕਹਾਣੀਆਂ ਲੋਕ ਰਾਤ ਨੂੰ ਸੁਣਾਉਂਦੇ ਸੀ, ਦਾਦੀ ਮਾਂ ਬਾਤਾਂ ਪਾਉਂਦੀ ਸੀ। ਹੁਣ ਪਹਿਲਾਂ ਕੁਝ ਸੀ, ਕੁਝ ਹੋਰ ਸੀ। ਦੂਜੀ ਗੱਲ, ਬੋਲੀਆਂ ਭਾਸ਼ਾਵਾਂ ਜਦੋਂ ਬਦਲ ਜਾਂਦੀਆਂ ਇਲਾਕੇ ਦੀਆਂ, ਉਹੀ ਬੋਲੀ ਕਿਸੇ ਹੋਰ ਭਾਸ਼ਾ ਵਿੱਚ ਪਾਈ ਜਾਂਦੀ ਹੈ, ਦੂਜੀ ਭਾਸ਼ਾ 'ਚ ਉਹੀ ਹੈ। ਉਹੀ ਬੁਝਾਰਤ ਕਿਸੇ ਇਲਾਕੇ ਦੀ ਬੋਲੀ 'ਚ ਕਿਸੇ ਤਰੀਕੇ ਨਾਲ ਬੁੱਝੀ ਜਾਂਦੀ ਹੈ, ਉਹੀ ਭਾਸ਼ਾ ਕਿਸੇ ਇਲਾਕੇ 'ਚ ਕਿਸੇ ਹੋਰ ਢੰਗ ਨਾਲ ਬੁੱਝੀ ਜਾਂਦੀ ਹੈ। ਇੱਥੇ ਕਮਾਲ ਇਹ ਹੈ ਕਿ ਉਸੇ ਭਾਸ਼ਾ ਨੂੰ ਚੁਣਿਆ ਗਿਆ ਗੁਰੂ ਅਰਜਨ ਸਾਹਿਬ ਵੱਲੋਂ, ਤੇ ਉਸੇ ਬੋਲੀ ਵਿੱਚ ਇਹ ਸ਼ਬਦ ਜਿਹੜਾ ਦਰਜ ਕੀਤਾ ਗਿਆ। ਔਰ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਇਹ ਨਹੀਂ ਆਖਿਆ ਮੈਂ ਗੱਲ ਸੁਣੀ ਹੈ, ਕਿਤੋਂ ਪੜ੍ਹੀ ਹੈ, ਵੇਖਿਆ ਸ਼ਬਦ ਵਰਤਦੇ ਨੇ। ਕਬੀਰ ਸਾਹਿਬ ਕਹਿੰਦੇ ਨੇ, ਐਸੋ ਆਚਰਜ ਦੇਖਿਓ ਕਬੀਰ, ਦਦ ਕੈ ਭੋਲੇ ਬਿਰੋਲੇ ਨੀਰ। ਰਹਾਉ, ਕਬੀਰ ਸਾਹਿਬ ਕਹਿੰਦੇ ਨੇ ਭਈ ਮੈਂ ਇੱਕ ਹੈਰਾਨੀਜਨ ਵਰਤਾਰਾ ਵਰਤਦਿਆਂ ਵੇਖਿਆ ਹੈ। ਇਸ ਸ਼ਬਦ ਵਿੱਚ ਪਹਿਲੀ ਗੱਲ 3 ਵਾਰ ਕਬੀਰ ਸ਼ਬਦ ਵਰਤਿਆ ਗਿਆ ਹੈ। 3 ਵਾਰ ਇਹਦੇ 'ਚ ਕਬੀਰ ਆਏਗਾ, ਆਪ ਜੀ ਪੜੋਗੇ ਨਾਲ ਦੀ ਨਾਲ। ਕਹਿੰਦੇ ਨੇ ਹੇ ਕਬੀਰ, ਕਬੀਰ ਇੱਥੇ ਸੰਬੋਧਨ ਹੈ। ਕਬੀਰ ਦੇ ਰਾਰੇ ਨੂੰ ਔਂਕੜ ਹੋਣੀ ਚਾਹੀਦੀ ਸੀ, ਪਰ ਜਦੋਂ ਕੋਈ ਸ਼ਬਦ ਸੰਬੋਧਕ ਰੂਪ ਵਿੱਚ ਆਉਂਦਾ, ਭਾਵੇਂ ਉਹ ਨਾਉ ਨਹੀਂ ਹੋਵੇ, ਤਾਂ ਉਹਦੀ ਔਂਕੜ ਉੱਡ ਜਾਂਦੀ ਹੈ। ਹੇ ਕਬੀਰ, ਮੈਂ ਇੱਕ ਅਜੀਬ ਤਮਾਸ਼ਾ ਇਸ ਦੁਨੀਆ ਵਿੱਚ ਵਰਤਦਾ ਹੋਇਆ ਵੇਖ ਰਿਹਾ ਹਾਂ। ਕੀ ਵੇਖ ਰਹੇ? ਦਦ ਕਹਿ ਭੋਲਾ। ਭੋਲੇ ਦਾ ਅਰਥ ਹੈ ਭੁਲੇਖੇ ਵਿੱਚ,
ਭੋਲੇ ਦਾ ਅਰਥ ਭੋਲਾਪਣ ਨਾ ਕਰਨਾ, ਇਹ ਤੇ ਭੋਲੇ ਦਾ ਅਰਥ ਹੈ ਭੁਲੇਖੇ ਵਿੱਚ। ਦਹੀਂ ਦੇ ਭੁਲੇਖੇ ਦੇ ਵਿੱਚ ਦੱਦ ਜਿਹੜਾ ਸ਼ਬਦ ਹੈ ਉਹ ਦਹੀਂ ਵਾਸਤੇ ਆਇਆ ਹੈ, ਭਾਵੇਂ ਦੱਦ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦੁੱਧ ਵਾਸਤੇ ਵੀ ਆਉਂਦਾ ਹੈ। ਕਹਿਣ ਲੱਗੇ ਦਹੀਂ ਦੇ ਭੁਲੇਖੇ ਦੇ ਵਿੱਚ ਜਿਹੜਾ ਹੈ ਉਹ ਸੰਸਾਰ ਕੀ ਰਿੜਕ ਰਿਹਾ? ਪਾਣੀ ਰਿੜਕ ਰਿਹਾ। ਬਿਰੋਲਾ ਨੀਰ, ਕਹਿਣ ਲੱਗੇ ਉਹ ਨੀਰ ਹੀ ਰਿੜਕੀ ਜਾ ਰਿਹਾ ਹੈ। ਕਮਾਲ ਹੋ ਗਈ ਹੈ। ਫਿਰ ਜੇ ਪਾਣੀ ਰਿੜਕੋਗੇ ਤਾਂ ਵਿੱਚੋਂ ਕੀ ਨਿਕਲੇਗਾ? ਇਹ ਹੈ ਨਾ ਚਰਜ ਖੇਡ ਹੈ। ਔਰ ਸੁਣੀ ਸੁਣਾਈ ਗੱਲ ਨਹੀਂ। ਕਹਿਣ ਲੱਗੇ ਮੈਂ ਦੇਖਿਆ ਇੱਥੇ ਲੋਕ ਜਿਹੜਾ ਹੈ ਉਹ ਮੰਧਾਣੀ ਦਹੀਂ ਵਿੱਚ ਨਹੀਂ ਪਾ ਰਹੇ, ਦਹੀਂ ਵਿੱਚ ਰਿੜਕਾ ਨਹੀਂ ਪਾ ਰਹੇ, ਪਾਣੀ ਵਿੱਚ ਹੀ ਜਿਹੜਾ ਹੈ ਉਹ ਰਿੜਕਾ ਪਾਇਆ ਹੋਇਆ ਹੈ। ਤੁਸੀਂ ਸੱਚ ਜਾਣਿਓ, ਇੱਕ ਸੁਆਣੀ ਜਿਹੜੀ ਹੈ ਉਹ ਦਹੀਂ ਵਿੱਚ ਰਿੜਕਾ ਪਾਵੇ ਤੇ ਮੇਰੇ ਖਿਆਲ ਦੇ ਵਿੱਚ ਅੱਧੇ ਘੰਟੇ ਵਿੱਚ, 1 ਘੰਟੇ ਦੇ ਵਿੱਚ ਉਹ ਤੱਤ ਕੱਢ ਲੈਂਦੀ ਹੈ, ਮੱਖਣ ਕੱਢ ਲੈਂਦੀ ਹੈ, ਮੱਖਣ ਦਾ ਪੇੜਾ ਕੱਢ ਲੈਂਦੀ ਹੈ। ਅੱਜ ਕੱਲ੍ਹ ਤੇ ਭਾਵੇਂ ਇਹ ਕਲਚਰ ਖਤਮ ਹੋ ਗਿਆ, ਪਰ ਤੁਹਾਡੇ ਵਿੱਚ ਜਿਹੜੇ ਅੱਜ ਤੋਂ ਤਕਰੀਬਨ 25 ਸਾਲ 50 ਸਾਲ ਜਿਨ੍ਹਾਂ ਦੀ ਉਮਰ ਹੋ ਗਈ, ਉਹਨਾਂ ਤਾਂ ਸਾਰਿਆਂ ਨੇ ਵੇਖਿਆ ਨਾ ਵੀ ਸਾਡੇ ਘਰਾਂ ਦੇ ਵਿੱਚ ਮੱਝਾਂ ਗਾਵਾਂ ਸੀਗੀਆਂ ਤੇ ਦੁੱਧ ਨੂੰ ਜਾਗ ਲਗਾਈ ਜਾਂਦੀ ਸੀ। ਭਲਕੇ ਉੱਠ ਕੇ ਸੁਆਣੀਆਂ ਜਿਹੜੀਆਂ ਨੇ ਉਹ ਦੁੱਧ ਨੂੰ ਰਿੜਕਦੀਆਂ ਸੀਗੀਆਂ, ਦਹੀਂ ਨੂੰ ਰਿੜਕਦੀਆਂ ਸੀਗੀਆਂ, ਉਹਦੇ ਵਿੱਚੋਂ ਮੱਖਣ ਨਿਕਲਣਾ। ਉਸ ਤੋਂ ਬਾਅਦ ਉਹ ਚਾਟੀ ਵਾਲੀ ਪਰੰਪਰਾ, ਉਹ ਮੰਧਾਣੀ ਵਾਲੀ ਪਰੰਪਰਾ ਜਦੋਂ ਦਾ ਸ਼ਹਿਰੀਕਰਨ ਹੋਇਆ, ਅਸੀਂ ਥੋੜ੍ਹੇ ਦਿਨ ਲੈ ਕੇ ਆਉਂਦੀ ਹੈ ਸ਼ਹਿਰਾਂ ਵਿੱਚ। ਉਹ ਇਲੈਕਟ੍ਰੋਨਿਕ ਮੰਧਾਣੀ ਆ ਗਈ ਵੀ ਸੁੱਚ ਦੱਬੋ ਤੇ ਜਿਹੜਾ ਕੰਮ ਅੱਧੇ ਘੰਟੇ ਵਿੱਚ ਹੁੰਦਾ ਸੀ ਉਹ 5 ਮਿੰਟਾਂ 'ਚ ਹੋ ਜਾਂਦਾ ਸੀ। ਪਰ ਡਾਕਟਰਾਂ ਨੇ ਹੁਣ ਉਹ ਵੀ ਬੰਦ ਕਰਾ ਛੱਡਿਆ। ਡਾਕਟਰ ਕਹਿੰਦੇ ਪਈ ਘਿਓ ਖਾਣਾ ਹੀ ਨਹੀਂ ਚਾਹੀਦਾ, ਮੱਖਣ ਖਾਣਾ ਹੀ ਨਹੀਂ ਚਾਹੀਦਾ। ਤੇ ਲੋਕਾਂ ਨੇ ਡਰਦਿਆਂ ਨੇ ਉਹ ਜਿਹੜੀ ਇਲੈਕਟ੍ਰੋਨਿਕ ਮੰਧਾਣੀ ਸੀ ਨਾ ਉਹ ਵੀ ਬੰਦ ਕਰ ਦਿੱਤੀ। ਤੇ ਹੁਣ ਬੱਚਿਆਂ ਨੂੰ ਤੁਸੀਂ ਪੁੱਛੋ ਵੀ ਮੱਖਣ ਕਿਵੇਂ ਬਣਦਾ ਹੈ, ਕਿੱਥੋਂ ਆਉਂਦਾ ਹੈ, ਤੇ ਸਾਡੇ ਨਿਆਣੇ ਤਾਂ ਹੀ ਕਹਿਣਗੇ ਜੇ ਪਰੌਂਠਿਆਂ ਨਾਲ ਮੱਖਣ ਖਾਣਾ ਹੈ, ਜੇ ਦਾਲ 'ਚ ਮੱਖਣ ਪਾਉਣਾ ਹੈ ਤੇ ਉਹ ਕਰਿਆਨੇ ਦੀ ਦੁਕਾਨ 'ਤੇ ਲਿਆਓ, ਬਟਰ ਮਿਲ ਜਾਏਗਾ ਤੁਹਾਨੂੰ ਉੱਥੋਂ। ਉਹਨਾਂ ਨੂੰ ਨਹੀਂ ਪਤਾ ਵੀ ਕਿੱਥੋਂ ਬਣਦਾ, ਇਹ ਕਿਵੇਂ ਬਣਦਾ ਹੈਗਾ। ਉਹਨਾਂ ਨੂੰ ਇਹ ਗੱਲ ਸਮਝਾਉਣ ਵਾਸਤੇ, ਤੁਹਾਨੂੰ ਉਦਾਹਰਨ ਦੇਣ ਵਾਸਤੇ, ਸਗਲ दूध में घीओ सगल बनस्पत में बैसंतर, सगल दूध में घीओ ऊंच नीच में जोत समानी, घट घट मांदो जियो। हुण तुहानूं प्रैक्टिकल करके दसना पेगा। पुੱਤ आ दुध है, इनू गर्म किया, इनू जाग लाई, फिर दही बनिया, फिर सवेरे रिड़का, फिर वेख हुण इहदे चों आ क्यों निकल। इन्ना संघर्ष अजकल कौन करेगा, किसी कोल वक्त ही नहीं है। आसा की वार ਜਦੋਂ ਸਵੇਰੇ ਸਵੇਰੇ ਕੀਰਤਨ ਹੋ ਰਿਹਾ ਹੁੰਦਾ ਹੈ, ਕਿਤੇ ਸਾਡੇ ਨੌਜਵਾਨ ਬੱਚੇ ਆਉਣ ਤੇ ਉੱਥੇ ਚੱਲ ਰਿਹਾ ਹੋਵੇ ਕੋਲੂ, ਚਰਕਾ, ਚੱਕੀ, ਚੱਖ, ਲਾਟੂ, ਮਾਂਦਹਾਣੀਆਂ, ਅਣਗਾ, ਪੰਖੀ ਭੌਂਦੀਆਂ ਲੈਣ ਨਾ ਸਾ, ਤੇ ਬੱਚਾ ਤੁਹਾਨੂੰ ਪੁੱਛੇ ਮੰਧਾਣੀ ਕੀ ਹੁੰਦੀ ਹੈ, ਫਿਰ ਤੁਸੀਂ ਕੀ ਕਰੋਗੇ? ਪਿਕਚਰਾਈਜ਼ ਕਰੋਗੇ ਨਾ ਉਹਨੂੰ, ਪਿਕਚਰਾਈਜ਼ ਕਰਕੇ ਫਿਰ ਵਿਖਾਓਗੇ ਪੁੱਤ ਆ ਮੰਧਾਣੀ ਹੁੰਦੀ ਹੈ। ਹੁਣ ਪ੍ਰੈਕਟੀਕਲ ਵਿੱਚ ਤਾਂ ਉਹਨੇ ਵੇਖੀ ਨਹੀਂ ਹੈ। ਤੇ ਚੇਤੇ ਰੱਖਣਾ ਗੁਰੂ ਸਵਾਰਿਓ ਭਈ ਮੰਧਾਣੀ ਦਾ ਰੇੜਕਾ ਜਦੋਂ ਦਹੀਂ ਵਿੱਚ ਪਾਇਆ ਜਾਂਦਾ ਤਾਂ ਅੱਧੇ ਘੰਟੇ 1 ਘੰਟੇ ਵਿੱਚ ਹੀ ਤੱਤ ਨਿਕਲ ਆਉਂਦਾ ਹੈ। ਤੇ ਮਾਫ ਕਰਨਾ, ਕੋਈ ਪਾਣੀ ਦੇ ਵਿੱਚ ਮੰਧਾਣੀ ਰਿੜਕੀ ਜਾਏ ਤੇ 2 ਘੰਟੇ 3 ਘੰਟੇ 4 ਘੰਟੇ 5 ਘੰਟੇ ਲਾਈ ਰੱਖਿਆ, ਕੋਈ ਤੱਤ ਨਿਕਲੇਗਾ ਉਹਦੇ ਚੋਂ? ਪਾਣੀ ਦੇ ਵਿੱਚ ਮੰਧਾਣੀ ਪਾਇਆ ਕੋਈ ਤੱਤ ਨਿਕਲੇਗਾ? ਕੋਈ ਤੱਤ ਨਹੀਂ ਨਿਕਲਦਾ, ਕੁਝ ਵੀ ਨਹੀਂ ਨਿਕਲੇਗਾ। ਰਿੜਕੀ ਜਾਓ ਪਾਣੀ ਨੂੰ। ਅੱਜ ਬਹੁਤਾਤ ਵਿੱਚ ਜਿਹੜਾ ਹੈ ਉਹ ਅਸੀਂ ਪਾਣੀ ਉਹ ਰਿੜਕ ਰਹੇ ਹਾਂ, ਤੱਤ ਨਹੀਂ ਰਿੜਕ ਰਹੇ ਹਾਂ, ਪਾਣੀ ਉਹ ਰਿੜਕ ਰਹੇ ਹਾਂ। ਚਲੋ ਇਹਨੂੰ ਇਸ ਤਰ੍ਹਾਂ ਸੌਖੇ ਰੂਪ ਵਿੱਚ ਸਮਝ ਲਈਏ, ਦਹੀਂ ਹੈ ਗੁਰੂ ਕੀ ਮੱਤ ਤੇ ਪਾਣੀ ਰਿੜਕਣਾ ਹੈ ਮਨ ਦੀ ਮੱਤ। ਹੁਣ ਨਿਰਣਾ ਕਰੀਏ ਕਿ ਅਸੀਂ ਕੀ ਰਿੜਕ ਰਹੇ ਹਾਂ? ਗੁਰੂ ਕੀ ਮੱਤ ਨੂੰ ਰਿੜਕ ਰਹੇ ਹਾਂ। ਗੁਰੂ ਕੀ ਮੱਤ ਤਾਂ ਕਹਿੰਦੀ ਹੈ ਕਬੀਰ ਸਾਹਿਬ ਦੇ ਰਾਹੀਂ, ਸਹਿਜ ਬੇਲੋਵੋ ਜੈਸੇ ਤਤ ਨ ਜਾਈ, सहज बेलोवो जैसे तत न जाई।
हर का बेलोब न बेलोबो मेरे भाई, हर का बेलोब न बेलोबो मेरे भाई। हर ਉਹ ਭਾਈ ਸਹਿਜ ਨਾਲ ਆ, ਕਾਲੀ ਕਾਲੀ ਨਾ। ਗੁਰੂ ਨੂੰ ਮੱਥਾ ਟੇਕ। ਤੇ ਮੱਥਾ ਟੇਕਣ ਦਾ ਮਤਲਬ ਕੀ ਸੀ? ਮੱਥਾ ਟੇਕਣ ਦਾ ਮਤਲਬ ਸੀ, ਪਾਤਸ਼ਾਹ ਅੱਜ ਤੋਂ ਬਾਅਦ ਮੈਂ ਤੁਹਾਡੀ ਮੱਤ ਗ੍ਰਹਿਣ ਕਰਦਾ ਹਾਂ ਤੇ ਤੁਹਾਡੀ ਮੱਤ ਅਨੁਸਾਰ ਤੁਰਾਂਗਾ। ਅਸੀਂ ਕੀ ਕਰਦੇ ਹਾਂ? ਕਾਲ ਕਾਲ ਵਿੱਚ ਆਏ, ਮੱਥਾ ਟੇਕਿਆ, ਪ੍ਰਸ਼ਾਦ ਲਿਆ, ਘਰ ਨੂੰ ਤੁਰ ਗਏ। ਮਨ ਕੀ ਮਤ ਤਿਆਗੋ ਹਰ ਜਨ, ਇਹ ਬੈਤ ਕਠੈਨੀ। ਮਨ ਦੀ ਮਤ ਤਿਆਗੋ, ਪਾਤਸ਼ਾਹ ਕਹਿੰਦੇ, ਪਰ ਹੈ ਬਹੁਤ ਔਖੀ ਤਿਆਗਣੀ। ਅਸੀਂ ਆਪਣੀ ਮਤ ਦੇ ਪਿੱਛੇ ਲੱਗ ਕੇ ਅਸੀਂ ਪਾਣੀਆਂ ਦੇ ਵਿੱਚ ਮੰਧਾਣੀ ਰਿੜਕੀ ਪਾਈ ਹੋਈ ਹੈ, ਮੰਧਾਣੀ ਰਿੜਕੀ ਜਾ ਰਹੇ ਹਾਂ। ਗੁਰੂ ਦਰ ਤੇ ਅਸੀਂ ਕਿਉਂ ਆਉਂਦੇ ਹਾਂ? ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਅਸੀਂ ਮਾਤੀ ਲੈਣ ਆਉਂਦੇ ਹਾਂ, ਅਸੀਂ ਸੋਝੀ ਲੈਣੀ ਆਉਂਦੇ ਹਾਂ। ਗੁਰੂ ਤਾਂ ਆਵਾਜ਼ਾਂ ਮਾਰ ਕੇ ਕਹਿ ਰਹੇ ਹੈ, ਉਹ ਭਲਿਆ ਗੁਰੂ ਦੀ ਮੱਤ ਇੰਨੀ ਸਿਆਣੀ ਹੈ, ਗੁਰੂ ਕੀ ਮੱਤ ਇੰਨੀ ਚੰਗੀ ਹੈ, ਜੇ ਤੂੰ ਗੁਰੂ ਦੀ ਸਿੱਖਿਆ ਲੈ ਲਵੇਂ ਤੇਰੀ ਮੱਤ ਵਿੱਚ ਅਨੇਕਾਂ ਹੀਰੇ ਜਵਾਹਰਾਤ ਪੈਦਾ ਹੋ ਸਕਦੇ ਨੇ। ਰੋਜ਼ਾਨਾ ਪੜ੍ਹਦੇ ਹੋ ਨਾ, ਰੋਜ਼ਾਨਾ ਵਿਚਾਰਦੇ ਹੋ ਨਾ। ਜੇ ਵਿਚਾਰਿਆ ਹੁੰਦਾ ਤੇ ਅਸੀਂ ਆਪਣੇ ਘਰ ਨੂੰ ਗੁਰੂ ਕੀ ਮਾਤੀ ਲੈ ਕੇ ਜਾਂਦੇ, ਪਾਣੀ ਵਿੱਚ ਰਿੜਕਾ ਨਾ ਪਾਉਂਦੇ। ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਇੱਕ ਸਿੱਖਿਆ ਵੀ ਸੁਣ ਨਹੀਂ ਹੁੰਦੀ। ਸਾਡੇ ਤਾਂ ਜਿਹੜਾ ਰਹਿਤ ਮਰਿਆਦਾ ਵਿੱਚ ਚਾਰ ਚਾਰ ਸੰਸਕਾਰ ਨੇ, ਚਾਰ ਚਾਰ ਸੰਸਕਾਰਾਂ ਵਿੱਚ ਅਸੀਂ ਆਪਣੀ ਮਤ ਕਰਦੇ ਹਾਂ ਜਾਂ ਗੁਰੂ ਕੀ ਮਤ ਕਰਦੇ ਹਾਂ, ਇਹ ਮੇਰੇ ਸਮੇਤ ਤੁਸੀਂ ਸਾਰੇ ਵਿਚਾਰ ਲਓ। ਸਾਡੇ ਤਾਂ ਚਾਰ ਚਾਰ ਸੰਸਕਾਰ ਨੇ ਤੇ ਮੇਰੇ ਖਿਆਲ ਕਈਆਂ ਦੇ ਤਿੰਨ ਤਿੰਨ ਹੋ ਵੀ ਚੁੱਕੇ ਨੇ। ਜਨਮ ਸੰਸਕਾਰ ਹੋ ਚੁੱਕੇ ਹਨ, ਆਨੰਦ ਕਾਰਜ ਹੋ ਚੁੱਕੇ ਹਨ, ਆਨੰਦ ਸੰਸਕਾਰ ਹੋ ਚੁੱਕੇ ਹੈ। ਅੰਮ੍ਰਿਤ ਸੰਸਕਾਰ ਵੀ ਕਈਆਂ ਦਾ ਹੋਇਆ, ਕਈਆਂ ਦਾ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਅਸੀਂ ਗੁਰੂ ਕੀ ਮੱਤ ਨਹੀਂ ਲਈ ਹੈ। ਆਨੰਦ ਸੰਸਕਾਰ ਤੇ ਕਿੰਨੀ ਕੁ ਅਸੀਂ ਗੁਰੂ ਕੀ ਮੱਤ ਦੇ ਮੁਤਾਬਕ ਤੁਰੇ ਸੀ ਤੇ ਕਿੰਨੀ ਕੁ ਆਪਣੀ ਮੱਤ ਲਈ ਸੀ, ਇਹ ਸਾਨੂੰ ਸਾਰਿਆਂ ਨੂੰ ਪਤਾ ਹੈਗਾ, ਸਾਨੂੰ ਸਾਰਿਆਂ ਨੂੰ ਪਤਾ ਹੈਗਾ। ਪਾਤਸ਼ਾਹ ਕਹਿੰਦੇ, ਪਿਆਰਿਓ ਗੁਰੂ ਕੀ ਮੱਤ ਲਓ। ਇੱਕ ਬੰਦਾ ਨਾ ਜੀ ਰੋਜ਼ ਗਜਾ ਕਰਨ ਜਾਵੇ ਤੇ ਉਹ ਮੰਗ ਕੇ ਦੁੱਧ ਪਾਣੀ ਇਕੱਠਾ ਕਰਦਾ ਸੀ। ਇੱਕ ਦਿਨ ਚੱਲ ਗਿਆ ਕਿਸੇ ਮਾਈ ਦੇ ਘਰ, ਡੋਰਬੈਲ ਵਜਾਈ, ਦਰਵਾਜ਼ਾ ਖੜਕਾਇਆ ਤੇ ਕਹਿਣ ਲੱਗਾ, ਅਲਖ ਨਿਰੰਜਨ ਦੂਧ ਕੀ ਸੇਵਾ। ਮਾਈ ਆਈ, ਮਾਈ ਨੇ ਤਾਂ ਦੁੱਧ ਪਾਣਾ ਹੀ ਸੀ। ਹੁਣ ਉਹ ਗੜਵੀ ਦੇ ਵਿੱਚ ਦੁੱਧ ਲੈ ਕੇ ਆਈ ਹੈ ਤੇ ਗੜਵੀ ਦੇ ਵਿੱਚ ਜਿਹੜਾ ਦੁੱਧ ਲੈ ਕੇ ਆਈ ਨਾ ਮਾਈ ਨੇ ਕਿਹਾ, ਬਾਬਾ ਆਪਣਾ ਡੋਲੂ ਖੋਲ, ਮੈਂ ਦੁੱਧ ਪਾ ਦਿੰਨੀ ਆ। ਬਾਬੇ ਨੇ ਡੋਲੂ ਦਾ ਢੱਕਣ ਖੋਲਿਆ, ਵਿੱਚ ਪਾਣੀ ਸੀ, ਵਿੱਚ ਜਲ ਸੀ। ਮਾਈ ਕਹਿਣ ਲੱਗੀ, ਬਾਬਾ ਆ ਪਾਣੀ ਤੂੰ ਡੋਲ ਦੇ, ਤੇਰੇ ਡੋਲੂ ਵਿੱਚ ਅੱਧਾ ਤੇ ਪਾਣੀ ਭਰਿਆ, ਇਹਨੂੰ ਡੋਲ ਦੇ, ਮੈਂ ਦੁੱਧ ਪਾ ਦਿਆਂ। ਤਾਂ ਕਿ ਦੁੱਧ ਤੂੰ ਇਕੱਠਾ ਕਰੇਗਾ, ਦਹੀਂ ਜਮਾ ਲੈਣਾ, ਉਹਦੀ ਲੱਸੀ ਬਣਾ ਲੈਣਾ, ਮੱਖਣ ਕੱਢ ਲੈਣਾ, ਕੜੀ ਬਣਾ ਲੈਣਾ, ਡੇਰੇ ਵਰਤ ਜਾਏਗੀ। ਤੇ ਬਾਬਾ ਪਤਾ ਕੀ ਕਹਿੰਦਾ ਹੈ? ਬਾਬਾ ਕਹਿਣ ਲੱਗਾ, ਮਾਈ ਇਹ ਗੰਗਾ ਕਾ ਜਲ ਹੈ, ਇਸੇ ਨਹੀਂ ਡੋਲੂੰਗਾ। ਮਾਈ ਨੇ ਕਿਹਾ, ਬਾਬਾ ਇਹ ਤਾਂ ਲੱਸੀ ਹੋ ਜਾਣੀ ਹੈ। ਕਹਿਣ ਲੱਗਾ, ਕੋਈ ਨਹੀਂ ਤੂੰ ਇਹਦੇ 'ਚ ਪਾ ਦੇ। ਹੁਣ ਮਾਈ ਨੇ ਤਾਂ ਦੁੱਧ ਪਾਣਾ ਹੀ ਸੀ, ਮਾਈ ਨੇ ਪਾ ਦਿੱਤੀ ਗੜਵੀ, ਹੋਰ ਮਾਈਆਂ ਨੇ ਪਾਈ, ਅੱਗੇ ਵੀ ਡੋਲੂ ਜਲ ਨਾਲ ਭਰਿਆ ਸੀ, ਉਹ ਦੁੱਧ ਨਹੀਂ ਰਿਹਾ, ਉਹ ਲੱਸੀ ਹੋ ਗਈ। ਇਹਨੂੰ ਕਹਿੰਦੇ ਵੀ ਅਸੀਂ ਕਹਿੰਦੇ ਹਾਂ ਸਤਿਗੁਰੂ ਅਸੀਂ ਆਪਣੀ ਮੱਤ ਨਹੀਂ ਛੱਡਣੀ, ਤੁਸੀਂ ਆਪਣੀ ਵੀ ਦੇ ਦਿਓ, ਅਸੀਂ ਆਪਣੀ ਵੀ ਚਲਾਵਾਂ। ਕੋਈ ਨਹੀਂ ਜੀ, ਕਦੇ ਕਦੇ ਤਾਂ ਵਿਆਹ ਸ਼ਾਦੀਆਂ 'ਚ ਪੈਗ ਲਾ ਹੀ ਲੈਣਾ ਚਾਹੀਦਾ ਹੈ। ਕਮਾਲ ਹੋ ਗਈ ਹੈ, ਗੁਰੂ ਕੀ ਮੱਤ ਕਿੱਥੋਂ ਰਹਿ ਗਈ ਭਾਈ? ਉਹ ਕੋਈ ਨਹੀਂ ਜੀ, ਬੱਚਾ ਨੌਜਵਾਨ ਹੋ ਰਿਹਾ, ਜੇ ਚੱਲ ਗਿਆ ਤਾਂ ਕੀ ਹੋ ਗਿਆ, ਫਿਰ ਪਛਤਾਉਂਦੇ ਹਾਂ ਅਸੀਂ। ਇਹੀ ਤੇ ਅਚਰਜ ਹੋ ਰਿਹਾ, ਇਹੀ ਤੇ ਹੈਰਾਨੀ ਹੈ। ਦਦ ਕੈ ਭੋਲਾ ਵਿਰੋਲਾ ਨੀਰ, ਇਹੀ ਤੇ ਅਚਰਜ ਕੋਤਕ ਹੋ ਰਿਹਾ। ਅਸੀਂ ਮਸਤੇ ਪਏ ਹਾਂ, ਅਸੀਂ ਗੁਰੂ ਕੀ ਮੱਤ ਨਹੀਂ ਲੈ ਰਹੇ ਹਾਂ, ਗੁਰੂ ਕਾ ਗਿਆਨ ਨਹੀਂ ਲੈ ਰਹੇ ਹਾਂ।
ਬਾਬਾ ਅਮਰਦਾਸ ਕਹਿੰਦੇ ਪੰਡਿਤ ਦਹੀਂ ਬਿਲੋਈਏ ਭਾਈ ਵਿੱਚੋਂ ਨਿਕਲੇ ਤੱਤ। हे ਪੰਡਿਤ ਜੀ, ਪੰਡਿਤ ਸੰਬੋਧਨ ਹੈ, ਜੇ ਦਹੀਂ ਵਲੋਗੇ ਤੇ ਤੱਤ ਨਿਕਲੇਗਾ, ਨਹੀਂ ਤੇ ਗਲਤੀ ਤੇ ਸੰਸਾਰ ਵੀ ਕਰ ਰਿਹਾ ਹੈ। ਜਲ ਮੱਥੀ ਹੈ ਜਲ ਦੇਖੀ ਹੈ ਭਾਈ, ਇਹ ਜਗ ਇਹਾਵਤ। ਜਲ ਨੂੰ ਮਿੱਥਦੇ ਰਹੋ, ਜਲ ਨੂੰ ਜਿਹੜਾ ਹੈ ਉਹ ਮੰਧਾਣੀ ਪਾ ਕੇ ਰਿੜਕੀ ਜਾਓ ਭਾਵੇਂ 100 ਘੰਟੇ। ਇਹ ਹੈ ਕਿ ਤੁਹਾਡੀ ਮਿਹਨਤ ਜ਼ਿਆਦਾ ਹੋ ਸਕਦੀ ਹੈ ਪਰ ਮਿਹਨਤ ਵਿੱਚੋਂ ਕੁਝ ਨਹੀਂ ਨਿਕਲ ਰਿਹਾ। ਸੰਸਾਰ ਮਿਹਨਤ ਬਹੁਤ ਕਰ ਰਿਹਾ ਹੈ, ਇਹਦੇ ਵਿੱਚ ਕੋਈ ਅਤਕਥਨੀ ਨਹੀਂ, ਪਰ ਬੇਅਰਥ ਦਾ ਯਤਨ ਕਰ ਰਿਹਾ ਹੈ। ਮੈਨੂੰ ਕਹਿ ਲੈਣ ਦੇਣਾ, ਯਤਨ ਉਹ ਕਰੋ ਜੋ ਪਰਉਪਕਾਰੀ ਹੋਵੇ, ਕੰਮ ਉਹ ਕਰੋ ਜੋ ਭਲੇ ਵਾਸਤੇ ਹੋਵੇ ਦੂਜੇ ਤੇ ਆਪਣੇ। ਤੇ ਗੁਰੂ ਸਵਾਰਿਓ, ਜੇ ਯਤਨ ਹੋ ਰਹੇ ਨੇ ਤੇ ਕੋਈ ਭਲਾ ਹੀ ਨਹੀਂ ਹੋ ਰਿਹਾ, ਫਿਰ ਕੀ ਫਾਇਦਾ ਹੈ? ਚੰਦਾ ਬਹੁਤ ਸਾਰਾ ਇਕੱਠਾ ਕਰ ਲਓ, ਬੜਾ ਸਾਰਾ ਧਾਰਮਿਕ ਸਥਾਨਾਂ ਕੋਲ ਕਈਆਂ ਕੋਲ ਚੰਦਾ ਹੈਗਾ, ਪਰ ਤੁਸੀਂ ਦੇਖਿਆ ਵੀ ਕਰੋਨੇ 'ਚ ਕਿਸੇ ਨੇ ਇੱਕ ਪ੍ਰਸ਼ਾਦਾ ਵੀ ਵੰਡਿਆ ਹੋਵੇ? ਉਹ ਕਾਹਦਾ ਯਤਨ ਹੈ? ਉਹ ਤੇ ਪਾਣੀ 'ਚ ਮੰਧਾਣੀ ਰਿੜਕਣ ਵਾਲੀ ਗੱਲ ਹੈ। ਔਰ ਕਈ ਇਹੋ ਜਿਹੀਆਂ ਸੰਸਥਾਵਾਂ ਵੀ ਨੇ ਜਿਨ੍ਹਾਂ ਨੇ ਆਵਾਜ਼ਾਂ ਮਾਰ ਕੇ ਕਿਹਾ ਸਾਡੇ ਕੋਲ ਚੰਦਾ ਭਾਵੇਂ ਘਟ ਗਿਆ ਪਰ ਤੁਸੀਂ ਸਹਿਯੋਗ ਦੇਵੋਗੇ ਤੇ ਅਸੀਂ ਹਰ ਘਰ ਪ੍ਰਸ਼ਾਦਾ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਾਂ। ਐਸੇ ਵੀ ਕਰ ਸਨ। ਉਹਨਾਂ ਨੇ ਅਸਲ ਵਿੱਚ ਤੱਤ ਨੂੰ ਵੰਡਿਆ ਹੈ। ਗੁਰੂ ਸਵਾਰਿਓ, ਕਬੀਰ ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਇਹ ਤੇ ਇਸ ਤਰ੍ਹਾਂ ਹੋ ਗਿਆ ਕਿ ਹਰੀ ਅੰਗੂਰੀ ਗਧਾ ਚਰੈ, ਨਿਤ ਉੱਠ ਹਾਸੈ ਹਿੰਗੈ ਮਰੈ। ਹੁਣ ਗਧਾ ਕੋਈ ਜਿਹੜਾ ਹੈ, ਇੱਥੇ ਗਧਾ ਕੋਈ ਸੁਣ ਨਹੀਂ ਰਿਹਾ, ਇੱਥੇ ਕੀ ਹੈ? ਮਨ ਨੂੰ ਕਿਹਾ ਜਾ ਰਿਹਾ ਹੈ। ਕਹਿਣ ਲੱਗੇ ਮੂਰਖ ਜੀਵ ਦਾ ਇਹ ਮਨ ਵਿਕਾਰਾਂ ਦੀ ਹਰੀ ਹਰੀ ਖੇਤੀ ਚੱਲ ਰਿਹਾ ਹੈਗਾ, ਹੱਸਦਾ ਹੈ, ਹਾਸੇ ਠੇਡੇ ਕਰਦਾ ਹੈ, ਹੀਂਗਦਾ ਹੈ ਗਧੇ ਵਾਂਗ। ਪਰ ਪਾਤਸ਼ਾਹ ਕਹਿੰਦੇ ਨੇ ਜਦੋਂ ਇਹਦਾ ਪਾਜ ਉੱਗੜ ਜਾਂਦਾ ਹੈ, ਪਤਾ ਲੱਗ ਜਾਂਦਾ ਹੈ, ਵਿਕਾਰਾਂ ਵਿੱਚ ਹੀ ਮੂੰਹ ਮਾਰਦਾ ਹੈ, ਇਹ ਸਵੇਰ ਤੋਂ ਸ਼ਾਮ ਤੱਕ ਵਿਕਾਰੀ ਜੀਵਨ ਬਤੀਤ ਕਰਦਾ ਹੈ, ਤੇ ਫਿਰ ਕੀ ਹੁੰਦਾ ਹੈ? ਫਿਰ ਇਹਨੂੰ ਮਾਰ ਵੀ ਝੱਲਣੀ ਪੈਂਦੀ ਹੈ। ਤੁਸੀਂ ਵੇਖੋ ਨਾ, ਗਧਾ ਕਿਸੇ ਦੀ ਫਸਲ ਚਰ ਜਾਏ, ਕਿਸੇ ਦੀ ਹਰੀ ਹਰੀ ਫਸਲ ਵਿੱਚ ਜਾ ਕੇ ਮੂੰਹ ਮਾਰੇ, ਤੇ ਫਿਰ ਕੀ ਹੈ? ਉਹਦਾ ਮਾਲਕ ਆਉਂਦਾ ਤੇ ਡਾਂਗ ਮਾਰਦਾ ਹੈ। ਜਦੋਂ ਕੋਈ ਮਸਤਿਆ ਹੋਇਆ ਬੰਦਾ ਗਧੇ ਵਾਂਗ ਵਿਕਾਰਾਂ ਵਿੱਚ ਮੂੰਹ ਮਾਰਦਾ ਹੈ, ਕਦੇ ਕਾਮ ਵਿੱਚ, ਕਦੇ ਕ੍ਰੋਧ ਵਿੱਚ, ਕਦੇ ਲਾਲਚ ਵਿੱਚ, ਤੇ ਫਿਰ ਕੀ ਹੁੰਦਾ ਹੈ? ਫਿਰ ਇਹਨੂੰ ਮਾਰਾਂ ਸਹਾਰਨੀਆਂ ਪੈਂਦੀਆਂ। ਦੂਜੀ ਉਦਾਹਰਨ ਦਿੱਤੀ, ਮਾਤਾ ਭੈਸਾ ਅਮੋਹਾਂ ਜਾਏ। ਕਹਿਣ ਕਿ ਮਸਤਿਆ ਹੋਇਆ, ਜਿਹਨੂੰ ਇਹ ਖੁਰਾਕ ਵੀ ਜਿਹੜਾ ਲੱਗ ਗਈ ਹੈ, ਔਰ ਧੌਣ ਕੜਾਈ ਫਿਰਦਾ ਹੈ। ਤੁਸੀਂ ਵੇਖੋਗੇ ਨਾ ਪੈਸੇ ਕਈ ਫਿਰਦੇ ਨੇ, ਉਹ ਇੰਨਾ ਜ਼ਿਆਦਾ ਹੁੰਦਾ ਵੀ ਜ਼ਬਰਦਸਤੀ ਕਿਸੇ ਨਾਲ ਸਿੰਘ ਫਸਾਈ ਜਾਂਦਾ। ਆ ਰੇੜੇ 'ਚ ਜੇ ਲੈ ਕੇ ਜਾਓ ਨਾ ਇੱਕ ਦੂਜੇ ਦੇ ਪਿੰਡਾਂ, ਤੁਸੀਂ ਵੇਖਣ ਉਹ ਕਿਸੇ 'ਚ ਐਵੇਂ ਟੱਕਰਾਂ ਮਾਰੀ ਜਾਂਦਾ, ਮਸਤਿਆ ਹੋਇਆ। ਕਹਿਣਗੇ ਟੇਢਾ ਹੀ ਜਾਂਦਾ, ਕੁੱਦ ਕੁੱਦ ਚਰੈ ਰਸਾਤਲ ਪਾਏ। ਕਹਿਣਗੇ ਛਾਲਾਂ ਤਾਂ ਜ਼ਰੂਰ ਮਾਰਦਾ ਹੈ, ਪਰ ਆਖਿਰ ਵਿੱਚ ਕੀ ਹੁੰਦਾ ਹੈ? ਉਹ ਰਸਾਤਲ ਵਾਲੇ ਹੀ ਪਾਸੇ ਜਾਂਦਾ ਹੈ, ਉਹ ਡੁੱਬਣ ਵਾਲੇ ਤਾਦਾਦ ਵਿੱਚ ਹੋ ਜਾਂਦਾ ਹੈ। ਕਹਿਣ ਲੱਗੇ ਭਾਈ ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਕਬੀਰ ਸਾਹਿਬ ਇੱਥੇ ਜਿਹੜਾ ਆਪਣਾ ਨਾਮ ਵਰਤਦੇ ਨੇ, ਕਬੀਰ ਸਾਹਿਬ ਆਖਦੇ, ਕਬੀਰ ਇਹ ਗੱਲ ਆਖ, ਇੱਥੋਂ ਤੱਕ ਕਬੀਰ ਸਾਹਿਬ ਦਾ ਇਹ ਸ਼ਬਦ ਹੈ 3 ਬੰਦਾਂ ਤੱਕ। ਇਹ ਖੇਡ ਹੁਣ ਪ੍ਰਗਟ ਹੋ ਗਈ, ਇਹ ਲੁਕੀ ਹੋਈ ਨਹੀਂ ਹੈ। ਇਹ ਤਾਂ ਐਵੇਂ ਹੈ ਜਿਵੇਂ ਕਿ ਜਿਹੜਾ ਲੇਲੇ ਕੋ ਚੁੰਗੈ ਨਿਤ ਭੇਡ। ਕਹਿਣ ਕਿ ਭੇਡ ਲੇਲੇ ਨੂੰ ਚੁੰਗਦੀ ਪਈ ਹੈ, ਲੇਲੇ ਨੂੰ ਭੇਡ ਨੂੰ ਚੁੰਗਣਾ ਚਾਹੀਦੀ ਸੀ, ਮਾਂ ਉਹ ਸੀ, ਲੇਲੇ ਨੂੰ ਭੇਡ ਨੂੰ ਚੁੰਗਣਾ ਚਾਹੀਦਾ ਸੀ, ਪਰ ਹੋਇਆ ਕੁਝ ਹੋਰ ਪਿਆ। ਕਬੀਰ ਸਾਹਿਬ ਕਹਿੰਦੇ ਨੇ ਵੀ ਚਾਹੀਦਾ ਤਾਂ ਇਹ ਸੀ ਕਿ ਜਿਹੜਾ ਹੈ ਉਹ ਮਨ ਬੁੱਧੀ ਦੇ ਆਸੇ ਅਨੁਸਾਰ ਤੁਰਦਾ, ਪਰ ਬੁੱਧੀ ਮਨ ਦੇ ਆਸੇ ਅਨੁਸਾਰ ਤੁਰ ਰਹੀ ਹੈ। ਮਨ ਤਾਂ ਟੇਢਾ ਹੀ ਜਾਂਦਾ ਹੈ। ਮਨ ਜਾਣਤ ਸਭ ਬਾਤ, ਜਾਣਤੀ ਔਗੁਣ ਕਰੈ। ਇੱਕੋ ਇੱਕ ਚੀਜ਼ ਹੈ ਮਨੁੱਖੀ ਬੋਡੀ ਵਿੱਚ, ਸਰੀਰ ਵਿੱਚ, ਜਿਹੜਾ ਮਨ ਹੈ ਅੰਤਸਕਰਨ ਵਿੱਚ, ਇਹ ਜਾਣਦਾ ਸਭ ਕੁਝ ਹੈ, ਪਰ ਜਾਣ ਬੁੱਝ ਕੇ ਫਿਰ ਵੀ ਗਲਤੀਆਂ ਕਰਦਾ ਹੈ। ਮਨ ਜਾਣਤ ਸਭ ਬਾਤ, ਜਾਣਤੀ ਔਗੁਣ ਕਰੈ, ਕਾਹੇ ਕੀ ਕੁਸਲਾਤ। ਕਹਿਣ ਲੱਗੇ ਹੁਣ ਇਹ ਖੇਡ ਲੁਕੀ ਨਹੀਂ ਹੈ, ਹੁਣ ਪ੍ਰਗਟ ਹੋ ਗਈ ਹੈ। ਹੁਣ ਪਤਾ ਲੱਗ ਗਿਆ ਵੀ ਮਨ ਦੇ ਅਰਸੇ ਅਨੁਸਾਰ ਨਹੀਂ ਤੁਰਨਾ, ਬੁੱਧੀ ਅਨੁਸਾਰ। ਜੋ ਬੁੱਧੀ ਫੈਸਲਾ ਕਰ ਰਹੀ ਉਹ ਮਨ ਨੂੰ ਮੰਨਣਾ ਚਾਹੀਦਾ। ਇਹੀ ਕਾਰਨ ਹੈ ਕਿ ਅਸੀਂ ਅਰਦਾਸ ਵਿੱਚ ਕਹਿੰਦੇ ਹਾਂ, ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਇਹ ਮਨ ਨੀਵਾਂ ਹੋਵੇ, ਮਤ ਉੱਚੀ ਹੋਵੇ, ਤੇ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ। ਤੇ ਮਤ ਕਿਸ ਤੋਂ ਲੈਣੀ ਹੈ? ਗੁਰ ਕੀ ਮਤ ਤੂੰ
ਲੈ ਇਆਨੇ ਭਗਤ ਬਿਨਾ ਬੋ ਡੂਬੇ ਸਿਆਣੇ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਬੰਦ ਵਿੱਚ ਕਹਿੰਦੇ ਨੇ ਕਿ ਮਤ ਮਿਲ ਗਈ ਗੁਰੂ ਕੋਲੋਂ, ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋਝੀ ਪਾਈ। ਕਹਿਣ ਲੱਗੇ ਉਹ ਰਮੇ ਹੋਏ ਰਾਮ ਨੂੰ ਚੇਤੇ ਕਰਨ ਵਾਲੀ ਮਤ, ਪਰਮੇਸ਼ਵਰ ਨੂੰ ਚੇਤੇ ਕਰਨ ਵਾਲੀ ਬੁੱਧੀ ਜਿਹੜੀ ਹੁਣ ਮਨ ਦੇ ਪਿੱਛੇ ਨਹੀਂ ਲੱਗਦੀ। ਕਹਿਣ ਲੱਗੇ ਕਿ ਹੁਣ ਪਰਮੇਸ਼ਵਰ ਵਾਹਿਗੁਰੂ ਦਾ ਭਜਨ ਬੰਦ ਕੀ ਕਰ ਰਹੀ ਹੈ, ਮਤ ਦੇ ਪਿੱਛੇ ਲੱਗ ਕੇ ਮਨਮਤੀਆਂ ਨਹੀਂ ਕਰ ਰਹੀ, ਵਿਕਾਰੀ ਜੀਵਨ ਹਰੀ ਅੰਗੂਰੀ ਨਹੀਂ ਚੱਲ ਰਹੀ। ਹੁਣ ਉਹ ਪਰਉਪਕਾਰੀ ਜੀਵਨ ਜੀ ਰਹੀ ਹੈ। ਕਹਿਣ ਲੱਗੇ ਇਹ ਸੋਝੀ ਮੈਨੂੰ ਕਿੱਥੋਂ ਮਿਲੀ ਹੈ? ਕਬੀਰ ਸਾਹਿਬ ਦਾ ਨਾਮ ਦਰਜ ਕਰਕੇ ਕਹਿੰਦੇ ਕਬੀਰ ਸਾਹਿਬ ਜਿਹੜੀ ਤੁਸੀਂ ਬੁਝਾਰਤ ਪਾਈ ਸੀ ਨਾ ਵੀ ਸਮਝ ਆ ਗਈ ਹੈ, ਖੇਡ ਪ੍ਰਗਟ ਹੋ ਗਈ। ਇਹ ਖੇਡ ਪ੍ਰਗਟ ਕਰਨ ਵਾਲਾ ਕੌਣ ਹੈ? ਇਹ ਗੁਰੂ ਹੈ। ਗੁਰੂ ਦੁਆਰਾ ਹੋਏ ਸੋਝੀ ਪਾਈ ਸੀ। ਮੈਨੂੰ ਗੁਰੂ ਦੇ ਦਰ ਤੋਂ ਇਹ ਸਮਝ ਪ੍ਰਾਪਤ ਹੋਈ ਹੈ। ਸਤਿਗੁਰੂ ਕਿਰਪਾ ਕਰਨ ਅਸੀਂ ਗੁਰੂ ਦੇ ਦਰ ਤੇ ਇਹ ਮਤ ਲੈ ਸਕੀਏ ਕਿ ਦਾਤਾਰ ਪਿਤਾ ਜੀ ਸਾਡੇ ਤੇ ਵੀ ਬਖਸ਼ਿਸ਼ ਕਰੋ, ਸਾਡੇ ਤੇ ਵੀ ਰਹਿਮਤ ਕਰੋ। ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਸੋ ਮੈਂ ਵਿਸਰ ਨਾ ਜਾਈ। ਜੋ ਸਾਰੇ ਜੀਆਂ ਦਾ ਦਾਤਾ ਹੈ ਉਹ ਮੈਨੂੰ ਵਿਸਰ ਨਾ ਜਾਏ। ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਜੀ ਗੱਲ ਹੈ। ਬਖਸ਼ਣਹਾਰ ਸਤਿਗੁਰੂ ਤੇ ਸੰਗਤ ਬਖਸ਼ ਲੈਣਾ ਜੀ। ਕੋਈ ਗੁਰਮਤਿ ਦੀ ਗੱਲ ਚੰਗੀ ਲੱਗੀ ਹੋਵੇ ਆਪਣੇ ਹਿਰਦੇ ਵਿੱਚ ਵਸਾਇਓ। ਭੁੱਲਾਂ ਮੇਰੀਆਂ ਬਖਸ਼ ਕੇ ਪਿਆਰ ਸਹਿਤ ਬੁਲਾਈ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।